ਚੰਦ ਹੀ ਕਿਉਂ ਦਾਗੀ ਅਖਵਾਏ। ਸੋਹਣੇ ਚੰਦ ਦੇ ਪਿੰਡੇ ਤੇ ਕਾਲੇ ਦਾਗ ਨੇ ਕਿਸ ਪਾਏ। ਭੈੜਿਆਂ ਨੂੰ ਕੋਈ ਨਾ ਪੁੱਛੇ, ਚੰਦ ਹੀ ਕਿਉਂ ਦਾਗੀ ਅਖਵਾਏ। ਸਿਵਿਆਂ ਕੋਲ ਪਏ ਪਿੱਪਲ ਦੇ ਵਰਿਆ ਪੁਰਾਣੇ ਗੰਜੇ ਮੁੱਢ ਨਾਲ ਢੋਲ ਲਾਈ ਬੈਠਾ ਦਰਸ਼ਨ ਗਾ ਰਿਹਾ ਸੀ। ਉਸਨੇ ਕਾਲੇ ਰੰਗ ਦੀ ਡੈਰੀ ਨੂੰ ਦੋਹਾਂ ਹੱਥਾਂ ਨਾਲ ਘੁੱਟ ਕੇ ਛਾਤੀ ਨਾਲ ਲਾਇਆ ਹੋਇਆ ਸੀ। ਉਸ ਦੇ ਸਿਰ ਤੇ ਬੰਨੇ ਸਾਫੇ ਚੋਂ ਜਟੂਰੀਆਂ ਲਮਕ ਰਹੀਆਂ ਸਨ। ਚਿਹਰੇ ਉੱਪਰ ਗੁੱਸੇ, ਰੋਸੇ, ਦੁੱਖ ਤੇ ਭੈ ਦੇ ਰੰਗਾਂ ਦੀ ਮਿਲੀ ਜੁਲੀ ਧੁੰਦ ਛਾਈ ਹੋਈ ਸੀ। ਬੰਦ ਅੱਖਾਂ ਹੇਠ ਹਿੱਲਦੀਆਂ ਡੇਲੀਆਂ ਸ਼ਾਇਦ ਕੋਈ ਦ੍ਰਿਸ਼ ਵੇਖ ਰਹੀਆਂ ਸਨ। ਲੰਘਦੇ ਟੱਪਦੇ ਲੋਕ ਉਸ ਵੱਲ ਵੇਖਦੇ ਫਿਰ ਮੂੰਹ ਪਰਾਂ ਨੂੰ ਕਰਕੇ ਤੁਰ ਜਾਂਦੇ, ਜਿਵੇਂ ਉਹ ਹੱਡਾ ਰੋੜੀ 'ਚ ਪਿਆ ਕੋਈ ਮੁਰਦਾਰ ਹੋਵੇ। ਤੇ ਕੋਲੋਂ ਲੰਘਣ ਵਾਲੇ ਲੋਕ ਮਾਨ ਸਰੋਵਰ ਝੀਲ ਦੇ ਰਾਜ ਹੰਸ ਅਵਾਰਾ ਕੁੱਤਿਆਂ ਨਾਲ ਪਤਾ ਨਹੀਂ ਉਸ ਦੀ ਕਿਹੜੀ ਰਗ ਸਾਂਝੀ ਸੀ ਜੋ ਉਹ ਉਸ ਦੇ ਆਲੇ ਦੁਆਲੇ ਬੈਠੇ ਸਨ, ਸ਼ਾਂਤ, ਵਫਾਦਾਰ ਤੇ ਪਿਆਰੇ। ਢਲਦੇ ਦਿਨ ਦੀ ਉਦਾਸੀ ਪਸਰ ਰਹੀ ਸੀ। ਗਿਆਨੀ ਓਏ ਉਰੇ ਆ, ਬਿੰਦਰ ਨੇ ਸੜਕ ਤੋਂ ਦਰਸ਼ਨ ਨੂੰ ਬੋਲ ਮਾਰਿਆ। ਕਿਉਂ? ਗਿਆਨੀ ਨੂੰ ਸਾਕ ਦੇਣਾ? ਸਾਲੇ ਨੇ ਸੁੱਤਾ ਤੋੜਤੀ। ਦਰਸ਼ਨ ਕੜਦੇ ਤੇਲ 'ਚ ਪਏ ਪਾਣੀ ਦੇ ਛਿੱਟੇ ਵਾਂਗ ਭੁੜਕਿਆ। ਸਾਲਾ ਗਿਆਨੀ ਦਾ, ਉਸ ਦਾ ਅੰਦਰ ਅਜੇ ਵੀ ਉਬਲ ਰਿਹਾ ਸੀ। ਦਰਸ਼ਨਾ ਤੂੰ ਮੋਟਰ ਤੇ ਚੱਲ, ਇੱਕ ਸਪੈਸ਼ਲ ਚੀਜ਼ ਵਿਖਾਉਣੀ ਆ ਤੈਨੂੰ। ਬਿੰਦਰ ਨੇ ਦੰਦ ਕੱਢਦਿਆਂ ਕੋਲ ਆਏ ਦਰਸ਼ਨ ਨੂੰ ਕਿਹਾ। ਆਜੂ ਆਜੂ, ਵੇਖ ਨੂੰ ਤੇਰੀ ਮਾਂ ਸਪੈਸ਼ਲ ਚੀਜ਼ ਨੂੰ ਵੀ। ਉਹ ਅਜੇ ਵੀ ਕੁੜ ਰਿਹਾ ਸੀ। ਠੀਕ ਆ ਫਿਰ, ਓਕੇ, ਮੈਂ ਕੋਠੀ ਜਾ ਕੇ ਆਇਆ। ਬਿੰਦਰ ਸਕਾਰਪੀਓ ਗੱਡੀ ਲੈ ਕੇ ਘੱਟਾ ਅੜਾਉਂਦਾ ਚਲਿਆ ਗਿਆ। ਦਰਸ਼ਨ ਦਾ ਧਿਆਨ ਗੀਤ ਵੱਲੋਂ ਟੁੱਟ ਕੇ ਬਿੰਦਰ ਵੱਲ ਹੋ ਗਿਆ। ਉਹ ਬਿੰਦਰ ਨਾਲ ਥੋੜੇ ਦਿਨ ਪਹਿਲਾਂ ਹੀ ਆਪਣੇ ਬਾਪ ਗਿਆਨੀ ਜਗਤਾਰ ਸਿੰਘ ਦੇ ਮਰਨ ਤੋਂ ਬਾਅਦ ਬੋਲਣ ਲੱਗਿਆ ਸੀ। ਬਿੰਦਰ ਪਿੰਡ 'ਚ 10 ਨੰਬਰੀਆ ਵੱਜਦਾ। ਲੋਕ ਕਹਿੰਦੇ ਨੇ ਥਾਣੇ ਦੇ ਫੱਟੇ ਤੇ ਇਹਦਾ ਨਾਂ ਲਿਖਿਆ ਹੋਇਆ। ਕਈ ਕੇਸ ਚੱਲਦੇ ਨੇ, ਰੋਜ਼ ਕੋਈ ਨਾ ਕੋਈ ਪੰਗਾ ਖੜਾ ਕਰੀ ਰੱਖਦਾ। ਫੀਮ ਸਮੈਕ ਦੀ ਚੰਗੀ ਬਲੈਕ ਕਰਦਾ, ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰਨ ਨੂੰ ਮਿੰਟ ਲਾਉਂਦਾ। ਲੀਡਰ ਤੇ ਅਫਸਰਾਂ ਨਾਲ ਯਾਰੀ ਆ। ਵੱਡੀ ਕੋਠੀ, ਮਹਿੰਗੀਆਂ ਗੱਡੀਆਂ ਤੇ ਵਲੈਤੀ ਕੁੱਤੇ ਰੱਖਣ ਦਾ ਸ਼ੌਂਕੀ ਆ। ਪਿੰਡ ਦਾ ਹਰ ਜਣਾ ਇਸ ਤੋਂ ਪਾਸਾ ਵੱਟ ਕੇ ਲੰਘਦਾ, ਪਰ ਮੂੰਹ ਤੇ ਕੋਈ ਨਹੀਂ ਕੁਸਕਦਾ। ਮਜਬੂਰ ਨੇ, ਅੜੇ ਥੋੜੇ ਪੈਸੇ ਧੇਲੇ ਲਈ ਇਹਦੇ ਮੂਹਰੇ ਹੱਥ ਅੱਡਣੇ ਪੈਂਦੇ ਨੇ। ਬਿੰਦਰ ਸਿਰ ਝਟਕ ਕੇ ਆਪਣੇ ਆਪ ਨਾਲ ਬੋਲਿਆ, ਬਈ ਬਦਮਾਸ਼ ਹੋਊ ਲੋਕਾਂ ਲਈ, ਮੈਨੂੰ ਤਾਂ ਉਸੇ ਨੇ ਸਾਂਭਿਆ। ਜੇ ਉਹ ਨਾ ਹੁੰਦਾ ਤਾਂ ਹੁਣ ਨੂੰ ਮੈਂ ਨਹਿਰ 'ਚ ਛਾਲ ਮਾਰ ਦਿੰਦਾ ਜਾਂ ਗੱਡੀ ਥੱਲੇ ਆ ਜਾਂਦਾ। ਸੋਚਦਾ ਦਰਸ਼ਨ ਮੋਟਰ ਵੱਲ ਨੂੰ ਤੁਰ ਪਿਆ। ਤੁਰਿਆ ਜਾਂਦਾ ਅਚਾਨਕ ਹੀ ਉਹ ਉੱਚੀ ਉੱਚੀ ਬੋਲਣ ਲੱਗਿਆ, ਹੈਂ, ਆਹ ਚਾਰੇ ਪਾਸੇ ਸਿਫਰਾਂ ਹੀ ਸਿਫਰਾਂ ਖਿੰਡੀਆਂ ਪਈਆਂ ਨੇ। ਸਿਫਰਾਂ 'ਚ ਵੀ ਬੜੀ ਤਾਕਤ ਆ। ਪਿੱਛੇ ਲੱਗ ਜਾਣ ਮੁੱਲ ਵਧਾ ਦਿੰਦੀਆਂ, ਮੂਹਰੇ ਲੱਗ ਜਾਣ ਘਟਾ ਦਿੰਦੀਆਂ। ਚੱਕ ਲਾ ਸਿਫਰਾਂ ਨੂੰ। ਨਾ ਭਾਈ ਨਾ, ਆਪਾਂ ਨਹੀਂ ਹੱਥ ਲਾਉਣਾ। ਇਹ ਸਿਫਰਾਂ ਤਾਂ ਗਿਆਨੀ ਹੀ ਸੰਭੂ। ਹਾਂ ਥੂ, ਕਿੱਥੋਂ ਯਾਦ ਆ ਗਿਆ। ਬੂਬਨਾ, ਠੱਗ, ਬੇਈਮਾਨ, ਕੁੱਤਾ। ਮੂੰਹ 'ਚ ਜ਼ਹਿਰ ਭਰ ਗਿਆ। ਛੇਤੀ ਛੇਤੀ ਚੱਲਾਂ ਬਿੰਦਰ ਦੀ ਮੋਟਰ ਤੇ, ਕਿਧਰੇ ਰਾਣੀ ਮੈਨੂੰ ਸਿਫਰਾਂ ਇਕੱਠੀਆਂ ਕਰਨਾ ਨਾ ਲਾ ਲਵੇ। ਆਪਾਂ ਤੋਂ ਨਹੀਂ। ਪਰ ਆਸਾਂ 'ਚੋਂ ਵਗ ਰਹੇ ਥੁੱਕ ਨੂੰ ਹੱਥ ਦੇ ਪੁੱਠੇ ਪਾਸੇ ਨਾਲ ਸਾਫ਼ ਕਰਦਿਆਂ ਦਰਸ਼ਨ ਫਿਰ ਗੀਤ ਗਾਉਣ ਲੱਗਿਆ। ਸੋਹਣੇ ਚੰਦ ਦੇ ਪਿੰਡੇ ਤੇ ਕਾਲੇ ਦਾਗ ਨੇ ਕਿਸ ਪਾਏ। ਭੈੜਿਆਂ ਨੂੰ ਕੋਈ ਨਾ ਪੁੱਛੇ, ਚੰਦ ਹੀ ਕਿਉਂ ਦਾਗੀ ਅਖਵਾਏ। ਵੇਖ ਸਾਲੇ ਦੇ ਕਿਵੇਂ ਮੱਖੀ ਲੜਦੀ ਆ। ਸ਼ਰਮ ਨਹੀਂ ਆਉਂਦੀ ਹਿੱਕਾ ਕੱਢਦੇ ਨੂੰ। ਪਿਓ ਦੀ ਅਜੇ ਚਿੱਖਾ ਠੰਡੀ ਨਹੀਂ ਹੋਈ ਤੇ ਇਹਨੂੰ ਮਸਤੀ ਚੜੀ ਆ। ਬਲਦ ਹੱਕ ਦਾ ਜੈਬਾ ਬੋਲਿਆ, ਅਰੇ ਭਾਈ ਮਾੜੀ ਬਾਤ ਸਹਿ, इज्जत माटी में रोल के रख दिया ज्ञानी जी का। राम गऊ था बेचारा, धर्मात्मा आदमी। राम राम। अरे भाई ये सुसरा तो नोखा ही सह। राम सुख रंबी नूं गड्डे दे फर्श ते रगड़दा बोलिया, सब कर्मां दी खेड़ आ भाई, ਇਹਦੇ ਕਿਹੜਾ ਵਾਸਾ। ਕਦੇ ਗਿੱਲੇ ਗੋਹੇ ਤੇ ਪੈਰ ਨਹੀਂ ਸੀ ਧਰਿਆ। ਚੰਗਾ ਭਲਾ ਸੀਗਾ, ਅੱਖ 'ਚ ਪਾਇਆ ਨਹੀਂ ਸੀ ਰੜਕਿਆ। ਹੁਣ ਚੱਤੋ ਪੈਰ ਬਿੰਦਰ ਦੀ ਮੋਟਰ ਤੇ ਪਿਆ ਰਹਿੰਦਾ। 4 ਦਿਨਾਂ 'ਚ ਹੀ ਜਾਇਦਾਦ ਜਾੜਦੀ। ਕੰਜਰ ਬਿੰਦਰ ਦੇ ਡਰੋਂ ਕੋਈ ਕੁਸਕਦਾ ਨਹੀਂ। ਖਵਨੀ ਕੀ ਚੁੰਮੜ ਗਿਆ ਕੋੜੀ ਨੂੰ। ਬੇਬੇ ਨੇ ਹੱਲੋ ਬੁੱਕੜ ਠੀਕ ਕਰਦਿਆਂ ਇੱਕੋ ਸਾਹ ਬੋਲੀ, ਲੈ ਚੁੰਬੜਨ ਨੂੰ ਤਾਂ ਇਹੀ ਥਿਆ ਵੱਡਾ ਨਗੋਰੀ। ਮੁਫਤ ਦੀ ਕਮਾਈ ਨਹੀਂ ਪਚਦੀ ਕੰਜਰ ਦੇ। ਬਣਿਆ ਬਣਾਇਆ ਕੰਮ ਨਹੀਂ ਸਾਂਭਿਆ ਗਿਆ। ਕੁਟੀਆ ਦਾ ਨਾਂ ਬਦਨਾਮ ਕਰਤਾ ਇਲਾਕੇ 'ਚ। ਅਸੀਂ ਇਹਨੂੰ ਕੁਟੀਆ 'ਚ ਨਹੀਂ ਬਣਨ ਦੇਣਾ ਗੰਦ ਨੂੰ। ਜੇ ਵੜਿਆ ਤਾਂ ਡੱਕਰੇ ਡੱਕਰੇ ਕਰ ਦਾਂਗੇ।
ਰੇੜੇ ਤੇ ਬੈਠੇ ਕੁਟੀਆ ਦੇ ਸੇਵਾਦਾਰ ਅਜੀਤ ਸਿੰਘ ਨੇ ਬੇਬੇ ਨਿਹਾਲੋ ਦੀ ਗੱਲ ਵਿੱਚੋਂ ਟੋਕ ਕੇ ਆਪਣਾ ਗੁੱਬ-ਗੁਬਾੜ ਕੱਢਿਆ। ਲੈ, ਇਹ ਤਾਂ ਫੇਰ ਮੁੰਡਾ ਹੈ। ਜਥੇਦਾਰਾ ਉੱਧਰ ਵੇਖ, ਜਸਮੇਲੋ ਦੀ ਕੁੜੀ ਰਾਣੀ ਵੱਲ ਮੱਖ ਥਾਂ ਥਾਂ ਗੂੰ ਖਾਂਦੀ ਫਿਰਦੀ ਆ। ਹੈਂ, ਨਾ ਸ਼ਰਮ ਨਾ ਹਿਆ। ਬਈ ਸਾਲਿਓ, ਆਪਣੀ ਨੀਤਾ ਮਰਿਆਂ ਦੀ ਤਾਂ ਲਾਜ ਰੱਖ ਲੋ। ਮੱਖ ਇਹਨਾਂ ਨੂੰ ਮੌਤ ਵੀ ਨਹੀਂ ਆਉਂਦੀ। ਹੈਂ, ਦੇਖ ਲਾ ਬੇਬੇ, ਮੱਖ ਦੁਨੀਆ ਪੂਜਦੀ ਸੀ ਗਿਆਨੀ ਨੂੰ, ਹਰ ਪਾਸੇ ਗਿਆਨੀ ਗਿਆਨੀ ਹੁੰਦੀ ਸੀ। ਨਿੱਕੀ ਅਮਣੀ ਤਲੀ ਤੇ ਜਰਦਾ ਮਲਦਾ ਬੋਲਿਆ। ਗੱਡੇ ਤੇ ਬੈਠੇ ਪਿੰਡ ਦੇ ਲੋਕ ਗੱਲਾਂ ਕਰਦੇ ਦਰਸ਼ਨ ਕੋਲ ਲੰਘ ਗਏ। ਉਹਨਾਂ ਦੇ ਬੋਲਾਂ ਦਾ ਸੇਕ ਤੇ ਨਿਗਾਹ ਦੇ ਤੀਰਾਂ ਨੇ ਦਰਸ਼ਨ ਅੰਦਰ ਦੱਬੀ ਚਿੰਗਾਰੀ ਨੂੰ ਮੁੜ ਹਵਾ ਦੇ ਦਿੱਤੀ। ਦਰਸ਼ਨ ਫਿਰ ਆਪਣੇ ਆਪ ਨਾਲ ਬੋਲਣ ਲੱਗਿਆ, ਗਿਆਨੀ ਗਿਆਨੀ ਗਿਆਨੀ। ਇਹ ਬੋਲ ਖਹਿੜਾ ਕਿਉਂ ਨਹੀਂ ਛੱਡਦਾ? ਹਰ ਵੇਲੇ ਕੰਨਾਂ 'ਚ ਗੂੰਜਦਾ ਰਹਿੰਦਾ। ਆ ਮੇਰੀਆਂ ਅੱਖਾਂ ਅੱਗੇ ਫਿਰ ਪੰਜੇ ਸਿਫਰਾ ਘੁੰਮਣ ਲੱਗ ਗਏ। ਹਾਏ ਓ ਰੱਬਾ, ਇਹ ਚੁੜੇਲਾਂ ਮੇਰਾ ਖਹਿੜਾ ਕਦੋਂ ਛੱਡਣਗੀਆਂ? ਮੈਂ ਤਾਂ ਕਿਸੇ ਦਾ ਕੁਝ ਨਹੀਂ ਵਿਗਾੜਿਆ ਤਾਂ ਰਾਣੀ ਨੇ ਵੀ ਨਹੀਂ। ਨਾ ਮੈਂ ਘਰ ਵੜਨ ਜੋਗਾ ਰਿਹਾ, ਨਾ ਰਾਣੀ। ਮੈਂ ਅੱਗ ਲਾ ਦੂੰ ਦੁਨੀਆ ਨੂੰ। ਨਹੀਂ, ਨਾ, ਸ਼ਾਂਤ। ਅਜੇ ਤਾਂ ਮੈਂ ਇਕਨੋਮਿਕਸ ਦੀ MA ਕਰਨੀ ਆ, ਨਾਲੇ ਫਿਲਾਸਫੀ ਦੀ। ਫਿਰ ਕਾਲਜ 'ਚ ਪੜ੍ਹਾਉਣਾ। ਰਾਣੀ ਦਾ ਕਿਸੇ ਚੱਜ ਦੇ ਮੁੰਡੇ ਨਾਲ ਵਿਆਹ ਕਰਨਾ। ਨਾ ਬਈ, ਆਪਾਂ ਨਹੀਂ ਕਿਸੇ ਚੱਕਰ 'ਚ ਪੈਣਾ। ਚੱਲ ਬਈ ਮਨਾ, ਉਹ ਗੀਤ ਗਾਈਏ। ਸੋਹਣੇ ਚੰਦ ਦੇ ਪਿੰਡੇ ਤੇ ਕਾਲੇ ਦਾਗ ਨੇ ਕਿਸ ਪਾਏ, ਭੈੜਾਂ ਨੂੰ ਕੋਈ ਨਾ ਪੁੱਛੇ, ਚੰਦ ਹੀ ਕਿਉਂ ਦਾਗੀ ਅਖਵਾਏ। ਤ੍ਰਿਵੇਣੀ ਹੇਠਾਂ ਪਹੁੰਚ ਕੇ ਦਰਸ਼ਨ ਇੱਕ ਪਲ ਲਈ ਠਹਿਰਿਆ। ਅੱਗੋਂ ਰਾਹ ਪਾਟਦਾ ਸੀ, ਇੱਕ ਕੁਟੀਆ ਵੱਲ ਜਾਂਦਾ ਸੀ, ਸਿੱਧਾ ਤੇ ਖੁੱਲ੍ਹਾ। ਦੂਸਰਾ ਟੇਢਾ ਰਾਹ ਬਿੰਦਰ ਦੀ ਮੋਟਰ ਵੱਲ। ਉਹ ਕੁਟੀਆ ਵੱਲ ਦੇਖਣ ਲੱਗਿਆ। ਤੇਜ਼ ਬਲਮਾਂ ਦੀ ਰੌਸ਼ਨੀ ਨਾਲ ਕੁਟੀਆਂ ਦੀਆਂ ਜਗਮਗ ਕਰਦੀਆਂ ਕੰਧਾਂ 'ਤੇ ਉਸਦੀ ਨਿਗਾਹ ਗੱਡੀ ਗਈ। ਉਹ ਕੁਟੀਆ ਵੱਲ ਖਿੱਚਿਆ ਗਿਆ। ਚਲੋ ਬਈ ਚਲੋ, ਕੁਟੀਆ ਦੇ ਦਰਸ਼ਨ ਕਰੀਏ। ਆਹਾ, ਕਿੱਡੀ ਸੋਹਣੀ ਹੈ। ਲੱਖਾਂ ਰੁਪਈਆ ਦਾ ਪੱਥਰ ਲੱਗਿਆ ਹੋ ਬਾਈ। ਚਿੱਟਾ ਸੰਗਮਰਮਰ, ਸ਼ੀਸ਼ੇ ਵਾਂਗ ਚਮਕਦਾ ਫਰਸ਼, ਮਖਮਲੀ ਗਲੀਚੇ, ਕੂਲੇ ਪੋਲੇ। ਪ੍ਰੋਫੈਸਰ ਨਾਰ ਕਹਿੰਦਾ ਹੁੰਦਾ ਕਿ ਗਲੀਚੇ ਗੱਦੇ ਤਾਂ ਰਾਜਿਆਂ ਦੇ ਦਰਬਾਰ ਜਾਂ ਕੰਜਰੀਆਂ ਦੇ ਕੋਠਿਆਂ ਦੀ ਸ਼ੋਭਾ ਬਣਦੇ ਆ। ਫਕੀਰਾਂ ਦੀਆਂ ਤਾਂ ਕੱਖਾਂ ਕਾਨਿਆਂ ਦੀਆਂ ਕੁੱਲੀਆਂ 'ਚ ਹੀ ਇਲਾਈ ਮਸਤੀ ਆਉਂਦੀ ਆ। ਪਰ ਇੱਥੇ ਤਾਂ ਉਲਟਾ ਕੰਮ ਆ ਗਈ। ਸਿਫਰਾਂ ਇੱਥੇ ਵੀ ਆ ਗਈਆਂ। ਨਹੀਂ ਬਈ, ਇੱਥੇ ਆਪਾਂ ਮੰਦਾ ਚੰਗਾ ਬਿਲਕੁਲ ਨਹੀਂ ਬੋਲਣਾ, ਬਸ ਗਿਆਨੀ ਜੀ ਨੂੰ ਮੱਥਾ ਟੇਕਣਾ। ਠੀਕ ਆ, ਚਲੋ ਬੋਲੋ ਸਾਰੇ ਜਾਣੇ। 4 ਸਿਫਰਾਂ ਤੇ 1 ਪੰਜਾ, ਗਿਆਨੀ ਹੋ ਗਿਆ ਗੰਜਾ। ਹੈਂ, ਆ ਕਿ ਗਿਆਨੀ ਰਾਣੀ ਦੀ ਝੋਲੀ 'ਚ ਪੰਜੇ ਤੇ ਸਿਫਰਾਂ ਚੁੱਕੀ ਜਾਂਦਾ? ਬਈ ਇਹ ਤਾਂ ਗਲਤ ਗੱਲ ਆ, ਸਰਾਸਰ ਧੋਖਾ। ਲਓ ਬਈ, ਤੁਸੀਂ ਸਾਰੇ ਜਣੇ ਮੇਰੇ ਮਗਰ ਨਾਅਰੇ ਲਾਓ, ਜਿਵੇਂ ਆਪਾਂ ਯੂਨੀਵਰਸਿਟੀ ਦੇ ਗੇਟ ਤੇ ਲਾਉਂਦੇ ਹੁੰਦੇ ਸੀ, ਗਿਆਨੀ ਜਗਤਾਰ ਸਿੰਘ ਮੁਰਦਾਬਾਦ। ਲੈ, ਨਾਅਰੇ ਤਾਂ ਕੀ ਲਾਉਣੇ ਆ, ਤੁਸੀਂ ਤਾਂ ਮੈਨੂੰ ਹੀ ਮਾਰਨ ਪੈ ਗਏ। ਆ ਜੈਬਾ, ਦੁੱਲਾ, ਗੋਲੂ, ਬਚਨਾ, ਕਰਮਾ, ਨਿੰਦਰ, ਧਰਮਾ ਸੇਠ, ਜਾਗਰ, ਉਹ ਮਿੰਦੇ ਸਾਥੀਆ, ਤੂੰ ਵੀ ਆ ਜਾ ਯਾਰ। ਮੈਂ ਕਾਮਰੇਡ ਦੌਲਤ ਨੂੰ ਦੱਸੂੰ, ਉਹ ਤੁਹਾਡਾ ਭਲਾ ਹੋ ਜੇ। ਕੁੱਤੀਏ ਜਾਤੇ, ਬਚਾਓ। ਅਚਾਨਕ ਰੁੱਖ ਤੋਂ ਉੱਡੀ ਘੁੱਗੀ ਦੀ ਫੜਫੜਾਹਟ ਨੇ ਦਰਸ਼ਨ ਨੂੰ ਹੋਸ਼ ਵਿੱਚ ਲਿਆਂਦਾ। ਉਹ ਤ੍ਰਿਵੇਣੀ ਨੂੰ ਜੱਫੀ ਪਾਈ ਮੁੜਕੀ ਹੋਇਆ ਖੜਾ ਉੱਚੀ ਬੋਲ ਰਿਹਾ ਸੀ। ਉਸ ਦਾ ਸਾਹ ਤੇਜ਼ ਚੱਲ ਰਿਹਾ ਸੀ, ਮੂੰਹ ਵਿੱਚ ਥੁੱਕ ਡਿੱਗ ਰਿਹਾ ਸੀ। ਉਸਨੇ ਦੋਵੇਂ ਹੱਥ ਮੂੰਹ ਤੇ ਫੇਰੇ, ਆਲੇ ਦੁਆਲੇ ਵੇਖਿਆ, ਕੁਝ ਸਮਾਂ ਚੁੱਪਚਾਪ ਖੜਾ ਰਿਹਾ। ਫਿਰ ਬਿੰਦਰ ਦੀ ਮੋਟਰ ਵੱਲ ਪੈਰ ਘੜੀਸਦਾ ਹੋਇਆ ਤੁਰ ਪਿਆ, ਜਿਵੇਂ ਕੁਟੀਆਂ ਵੱਲ ਜਾਂਦੇ ਪੈਰ ਮੋਟਰ ਵੱਲ ਨਾ ਮੁੜਨਾ ਚਾਹੁੰਦੇ ਹੋਣ। ਉਹ ਕਾਫੀ ਸਮਾਂ ਇੱਧਰ ਉੱਧਰ ਘੁੰਮਦਾ ਰਿਹਾ, ਪਰ ਰਾਤ ਪੈਣ ਤੇ ਬਿੰਦਰ ਦੀ ਮੋਟਰ ਵੱਲ ਮੁੜਨਾ ਉਸਦੀ ਮਜਬੂਰੀ ਬਣ ਗਿਆ। ਦੂਰੋਂ ਹੀ ਬਿੰਦਰ ਦਾ ਹਾਸਾ ਸੁਣਾਈ ਦਿੱਤਾ। ਮੋਟਰ ਦੇ ਕੋਠੇ ਮੂਹਰੇ 4 ਕੁਰਸੀਆਂ ਤੇ 1 ਮੰਜਾ ਡੱਠਾ ਹੋਇਆ ਸੀ। ਬਿੰਦਰ ਦੇ ਨਾਲ ਦੀ ਕੁਰਸੀ ਤੇ ਹੌਲਦਾਰ ਬਖਸ਼ੀਸ਼ ਸਿੰਘ ਬੈਠਾ ਸੀ। ਮੰਜੇ ਤੇ ਸਰਪੰਚ ਕਾਕੜ ਸਿੰਘ ਲੰਮਾ ਪਿਆ ਸੀ। 1 ਮੰਜਾ ਕੋਠੇ ਅੰਦਰ ਡੱਠਾ ਹੋਇਆ ਸੀ। ਉਸ ਤੇ ਕਰਤਾਰੋ ਮਾਸੀ ਤੇ 1 ਕੁੜੀ ਬੈਠੇ ਸਨ। ਬਿੰਦਰ ਦਾ ਸੀਰੀ ਜੈਲਾ ਕੋਠੇ ਦੇ ਮਗਰਲੇ ਪਾਸੇ ਮੀਟਰ ਨਹੀਂ ਜਾਂਦਾ ਸੀ। ਚੁੱਲ੍ਹੇ ਵਿੱਚੋਂ ਨਿਕਲਦਾ ਧੂੰਆਂ ਘੁੰਮ ਕੇ ਕਦੇ ਉਹਨਾਂ ਵੱਲ ਆ ਜਾਂਦਾ ਤੇ ਕਦੇ ਸਿੱਧਾ ਉੱਪਰ ਵੱਲ ਚਲਾ ਜਾਂਦਾ। ਥਾਣੇਦਾਰ ਸਾਹਿਬ, ਆ ਮੇਰਾ ਯਾਰ ਗੁਰਦਰਸ਼ਨ ਸਿੰਘ ਆ। ਪੜ੍ਹਿਆ ਲਿਖਿਆ ਬਹੁਤ ਆ, ਪਰ ਸਹੁਰਾ ਗਰਮ ਬੜਾ, ਹੱਥ ਨਹੀਂ ਰੱਖਣ ਦਿੰਦਾ। ਪਰ ਮੈਂ ਸ਼ਰਾਬੀ ਹੋਇਆ ਬਿੰਦਰ ਹੌਲਦਾਰ ਦੇ ਗਲ ਵਿੱਚ ਬਾਹਾਂ ਪਾਈ ਝੂਲ ਰਿਹਾ ਸੀ। ਹੌਲਦਾਰ ਨੇ ਬਿੰਦਰ ਦਾ ਬੋਝ ਸਾਂਭਣ ਲਈ ਆਪਣੇ ਦੋਹਾਂ ਹੱਥਾਂ ਨਾਲ ਮੰਜੇ ਦੀ ਬਾਹੀ ਘੁੱਟ ਕੇ ਫੜ ਲਈ।
ਉਸ ਦੇ ਸੱਜੇ ਮੋਢੇ ਤੇ ਲੱਗੀ ਸਿਤਾਰਿਆਂ ਵਾਲੀ ਬੱਦਰੀ ਟੁੱਟ ਕੇ ਲਮਕ ਰਹੀ ਸੀ। ਥਾਣੇਦਾਰ ਬਖਸ਼ੀਸ਼ ਸਿਉਂ, ਹਾ ਹਾ ਹਾ, ਮੈਨੂੰ ਪਤਾ ਓਏ, ਦਰਸ਼ੀ ਰਿਹਾ ਪੁੱਤਰਾ, ਸਾਰਾ ਇਲਾਕਾ ਥਰ-ਥਰ ਕੰਬਦਾ ਆਪਣੇ ਥਾਣੇਦਾਰ ਦੇ ਨਾਂ ਤੋਂ। ਪਰ ਆਪਣਾ ਯਾਰਾਂ ਦਾ ਯਾਰ ਆ। ਸਰਪੰਚ ਅੱਜ ਸਪੈਸ਼ਲ ਮਾਲ ਲਿਆਇਆ। ਓਏ ਸਰਪੰਚਾ, ਆਪਦੀ ਮਾਂ ਨੂੰ ਬੁਲਾਓ ਉਰੇ। ਮਾਸੀ ਕੜਾਸੀ ਨੂੰ ਅੰਦਰ ਬੈਠੀ ਆ ਜਿਵੇਂ ਮੁਕਲਾਵੇ ਆਈ ਹੁੰਦੀ ਆ। ਮਾੜਚੂ ਜਿਹਾ ਲੱਗਦਾ ਬਿੰਦਰ ਘੈਂਟ ਬਦਮਾਸ਼ਾਂ ਵਾਂਗ ਵੜਕਾ ਮਾਰ ਰਿਹਾ ਸੀ। ਸਰਪੰਚ ਉੱਠ ਕੇ ਕੋਠੇ ਅੰਦਰ ਚਲਾ ਗਿਆ। ਜੈਲੇ ਨੇ ਮੇਜ਼ 'ਤੇ ਪਏ ਥਾਲ ਵਿੱਚ ਮੀਟ ਦੀ ਇੱਕ ਬੂਟੀ ਉਲੱਦ ਦਿੱਤੀ। ਥਾਣੇਦਾਰ ਇੱਕ ਹੱਡੀ ਨੂੰ ਚੂਸਣ ਲੱਗ ਪਿਆ। ਹੱਡੀ ਵਿੱਚੋਂ ਡਿੱਗਦੇ ਤਰੀ ਦੇ ਤੁਪਕੇ ਉਸਦੇ ਮੋਟੇ ਢਿੱਡ 'ਤੇ ਕਸੀ ਖਾਕੀ ਵਰਦੀ 'ਚ ਗਵਾਚਦੇ ਜਾਂਦੇ ਸਨ। ਬਿੰਦਰ ਉੱਠ ਕੇ ਦਰਸ਼ਨ ਦੇ ਨਾਲ ਪਈ ਕੁਰਸੀ 'ਤੇ ਬੈਠ ਗਿਆ। ਖਾਲੀ ਗਲਾਸ ਵਿੱਚ ਹੋਰ ਸ਼ਰਾਬ ਪਾ ਦਿੱਤੀ। ਅੱਧ ਨਾਲੋਂ ਬਹੁਤਾ ਭਰਿਆ ਗਲਾਸ ਨਾ ਕਰਦੇ ਦਰਸ਼ਨ ਨੂੰ ਫੜਾ ਦਿੱਤਾ। ਮੇਰਾ ਯਾਰ ਦਰਸ਼ਨ, ਥਾਣੇਦਾਰ ਸਾਹਿਬ ਤੁਹਾਨੂੰ ਪਤਾ ਬੜੇ ਵਾਹ ਨਵਾਏ ਨੇ ਮੇਰੇ ਸਾਲੇ ਨੇ। ਹੁਣ ਲੈਣ 'ਤੇ ਆਇਆ। ਮੇਰੇ ਬਿਨਾਂ ਕਿਸੇ ਨਹੀਂ ਸਾਂਭਿਆ ਇਹਨੂੰ, ਨਾਲੇ ਇਹਦੀ ਰਾਣੋ ਨੂੰ। ਹਾ ਹਾ ਹਾ, ਦਰਸੂ ਐਵੇਂ 20 ਸਾਲ ਕਿਤਾਬਾਂ ਨਾਲ ਮੱਥਾ ਮਾਰੀ ਗਿਆ ਮੇਰਾ ਸਹੁਰਾ। ਕੀ ਮਿਲਿਆ ਹੈਂ? ਪਾਠ ਕਰ ਕਰਕੇ ਅੱਡ ਸੰਗ ਬੈਠ ਗਿਆ, ਤਾੜੀ ਮਾਰ ਕੇ ਹੱਸਦਾ ਹੋਇਆ। ਪਰ ਬਈ ਗਿਆਨੀ ਜੀ ਬੜੀ ਹੁੰਦੀ ਸੀ। ਕੜਾਹ ਖੀਰ ਬੀਬੀਆਂ ਹੀ ਬੀਬੀਆਂ ਗਿਆਨੀ ਜੀ ਕਰਦੀਆਂ। ਹਾਂ, ਦਰਸ਼ਨ ਦਾ ਅੰਦਰ ਉਬਲ ਗਿਆ। ਉਸਨੇ ਖੜਾ ਹੋ ਕੇ ਸ਼ਰਾਬ ਵਾਲਾ ਗਲਾਸ ਕੋਠੇ ਦੀ ਕੰਧ ਨਾਲ ਮਾਰਿਆ। ਦੋਵੇਂ ਹੱਥ ਬਿੰਦਰ ਦੇ ਗਲਾਮੇ ਨੂੰ ਪਾ ਲਏ। ਝੱਖੜ ਨਾਲ ਟੁੱਟੇ ਟਾਹਣੇ ਵਾਂਗ ਬਾਹਾਂ ਚੌੜੀਆਂ ਕਰਕੇ ਝੂਲਦਾ ਬਿੰਦਰ ਦਰਸ਼ਨ ਦੇ ਇੱਕੋ ਧੱਕੇ ਨਾਲ ਥੱਲੇ ਡਿੱਗ ਪਿਆ। ਦਰਸ਼ਨ ਨੇ ਬਿੰਦਰ ਦੇ ਭੂੰਜੇ ਡਿੱਗੇ ਪਏ ਦੇ ਕਈ ਲੱਤਾਂ ਮਾਰੀਆਂ। ਬਿੰਦਰ ਕਿਸੇ ਖੁਰਕ ਖਾਦੇ ਕੁੱਤੇ ਵਾਂਗ ਚੌਂ ਕਰੀ ਜਾਂਦਾ ਸੀ। ਉਸਦੇ ਮੂੰਹ 'ਚੋਂ ਬੋਲ ਨਹੀਂ ਸੀ ਨਿਕਲਦਾ। ਦਰਸ਼ਨ ਨੂੰ ਰੋਕਣ ਲਈ ਉੱਠਣ ਦੀ ਕੋਸ਼ਿਸ਼ ਕਰਦਾ। ਥਾਣੇਦਾਰ ਬਖਸ਼ੀਸ਼ ਸਿੰਘ ਬਾਰ-ਬਾਰ ਆਪਣੀ ਕੁਰਸੀ 'ਚ ਡਿੱਗ ਰਿਹਾ ਸੀ। ਕੋਠੇ ਅੰਦਰੋਂ ਸਰਪੰਚ, ਉਸਦੇ ਮਗਰ ਮਾਸੀ ਤੇ ਕੁੜੀ ਭੱਜੇ ਆਏ। ਸਾਲਾ ਗਿਆਨੀ ਦਾ, ਮਾਂ ਦੇ ਯਾਰਾ ਤੂੰ ਇੰਨਾ ਕੀ ਗਿਆਨ ਵੇਖ ਲਿਆ? ਓਏ ਦੱਲਾ ਕਿਸੇ ਥਾਂ ਦਾ, ਮੈਂ ਤੈਨੂੰ ਮਾਰੇ ਬਿਨਾਂ ਨਹੀਂ ਛੱਡਣਾ। ਉਹ ਝਈਆਂ ਲੈ ਕੇ ਬਿੰਦਰ ਨੂੰ ਪੈ ਰਿਹਾ ਸੀ। ਜੈਲਾ ਹੱਥ ਜੋੜੀ ਦੂਰ ਖੜਾ ਕੰਬੀ ਜਾ ਰਿਹਾ ਸੀ। ਮਾਸੀ ਦੇ ਕੁੜੀ ਨੇ ਉਸ ਨੂੰ ਜੱਫਾ ਪਾ ਕੇ ਪਿੱਛੇ ਖਿੱਚਿਆ। ਉਸਨੇ ਘੁੰਮ ਕੇ ਮਾਸੀ ਨੂੰ ਧੱਕਾ ਮਾਰਿਆ। ਮਾਸੀ ਦੇ ਨਾਲ ਦੀ ਕੁੜੀ ਵੱਲ ਵੇਖਿਆ। ਉਹ ਤਾਂ ਰਾਣੀ ਸੀ। ਬੈਂਕ ਵਿੱਚੋਂ ਵਿਛੜਨ ਤੋਂ ਬਾਅਦ ਪਹਿਲੀ ਵਾਰ ਮਿਲੀ ਸੀ। ਪਰ ਕਿੱਥੇ, ਪਲਾਂ 'ਚ ਹੀ ਦਰਸ਼ਨ ਦੇ ਅੰਦਰ ਕਈ ਕੁਝ ਟੁੱਟ ਗਿਆ ਸੀ। ਬਿੰਦਰ ਨੂੰ ਡਿੱਗੇ ਪਏ ਨੂੰ ਉਹ ਭੁੱਬੜ ਵਾਹੇ ਭੱਜ ਤੁਰਿਆ, ਜਿਵੇਂ ਕੋਈ ਡਰਾਉਣਾ ਸੁਪਨਾ ਵੇਖਿਆ ਹੋਵੇ ਜਾਂ ਕਿਸੇ ਮਾਸੂਮ ਦਾ ਕਤਲ ਕਰ ਬੈਠਾ ਹੋਵੇ। ਉਸਨੇ ਫਿਰਨੀ ਛੱਡ ਕੇ ਖੇਤਾਂ ਵੱਲ ਮੂੰਹ ਕਰ ਲਿਆ। ਕੋਈ ਵੀ ਰਾਹ ਉਸ ਨੂੰ ਮੰਜ਼ਿਲ 'ਤੇ ਲੈ ਜਾਂਦਾ ਨਹੀਂ ਸੀ ਲੱਗਦਾ। ਇੱਕ ਵਤਰ ਆਏ ਵਾਹਨ 'ਚ ਉਸਦੇ ਪੈਰ ਖੁੱਭ ਗਏ। ਉਹ ਮੂਧੇ ਮੂੰਹ ਡਿੱਗ ਪਿਆ। ਉਸਦੀ ਚੇਤਨਾ ਮੱਧਮ ਹੁੰਦੀ ਚਲੀ ਗਈ। ਰਾਣੇ ਵੀ ਉਸਦੇ ਮਗਰ ਉੱਥੇ ਪਹੁੰਚ ਗਈ। ਉਸਨੇ ਦਰਸ਼ਨ ਨੂੰ ਸਾਂਭਿਆ। ਸਾਈਕੈਟ੍ਰਿਕਸ ਡਾਕਟਰ ਬਾਂਸਲ ਨੇ ਦਰਸ਼ਨ ਦਾ ਟ੍ਰੀਟਮੈਂਟ ਚਾਰਟ ਵੇਖਿਆ। ਦਰਸ਼ਨ ਨੂੰ ਕਦੇ ਸੁਰਤ ਆ ਜਾਂਦੀ, ਕਦੇ ਬੇਸੁਰਤ ਹੋ ਜਾਂਦਾ, ਕਦੇ ਬੁੜਬੁੜ ਕਰਦਾ। ਗਿਆਨੀ, ਰਾਣੀ, ਸਿਫਰਾਂ, ਧੋਖਾ ਸ਼ਬਦ ਵਾਰ-ਵਾਰ ਦੁਹਰਾਉਂਦਾ। ਡਾਕਟਰ ਬਾਂਸਲ ਨੇ ਨਰਸ ਨੂੰ ਕੁਝ ਹਦਾਇਤਾਂ ਦਿੰਦਿਆਂ ਕਿਹਾ, ਉਹ ਸਦਮੇ ਅਤੇ ਖੁਦ ਦੇ ਦੋਸ਼ੀ ਹੋਣ ਦੀ ਭਾਵਨਾ ਦਾ ਸ਼ਿਕਾਰ ਹੈ। ਉਸ ਦੇ ਮਨ 'ਤੇ ਕੋਈ ਗਹਿਰਾ ਪ੍ਰਭਾਵ ਹੈ। ਇਹ ਹਿੰਸਕ ਨਹੀਂ। ਇਸ ਦੇ ਹਰ ਬੋਲ ਨੂੰ ਨੋਟ ਕਰੋ। ਦਵਾਈਆਂ ਦੀ ਅਦਲਾ ਬਦਲੀ ਕਰਕੇ ਡਾਕਟਰ ਆਪਣੇ ਕਮਰੇ 'ਚ ਚਲਾ ਗਿਆ ਤੇ ਦਰਸ਼ਨ ਦੀ ਕਾਲੀ ਡਾਇਰੀ ਦੇ ਉਹ ਪੰਨੇ ਮੁੜ ਪੜ੍ਹਨ ਲੱਗਿਆ ਜਿਨ੍ਹਾਂ 'ਤੇ ਉਸਨੇ ਨਿਸ਼ਾਨ ਲਗਾਏ ਸਨ। ਮੇਰਾ ਆਦਰਸ਼, ਮੇਰੇ ਪਿਤਾ ਗਿਆਨੀ ਜਗਤਾਰ ਸਿੰਘ ਮੇਰੇ ਆਦਰਸ਼ ਹਨ। ਪਤਲਾ ਸਰੀਰ, ਸਾਊ ਦਿੱਖ, ਬੀਬੀ ਦਾੜੀ। ਜਦੋਂ ਮੈਂ ਛੋਟਾ ਸੀ ਉਦੋਂ ਉਹਨਾਂ ਦੀ ਦਾੜੀ ਪਾਸਿਆਂ ਤੋਂ ਭੋਰਾ ਲੰਮੀ ਤੇ ਵਿਚਕਾਰੋਂ ਛੋਟੀ ਹੁੰਦੀ ਸੀ, 6 ਕੁ ਉਂਗਲਾਂ ਦੀ। ਹੁਣ ਤਾਂ ਉਹਨਾਂ ਦੀ ਦਾੜੀ ਧੁੰਨੀ ਤੱਕ ਲੰਮੀ ਹੈ, ਉੱਤੋਂ ਭਰਮੀ, ਥੱਲੇ ਵੱਲ ਆਉਂਦੀ ਪਤਲੀ ਹੁੰਦੀ ਜਾਂਦੀ। ਦੁੱਧ ਚਿੱਟੀ, ਹਰ ਵੇਲੇ ਜਾਪ ਕਰਦੇ ਰਹਿੰਦੇ ਹਨ, ਪੱਕੇ ਨਿਤਨੇਮੀ। ਉਹ ਭੀੜੀ ਪਜਾਮੀ ਨਾਲ ਲੰਮਾ ਤੇ ਵਲਾਂ ਵਾਲਾ ਖੁੱਲ੍ਹਾ ਚੋਲਾ ਪਾਉਂਦੇ ਹਨ। ਗਾਤਰੇ, ਸੋਨ ਰੰਗੀ ਵੱਡੀ ਕਿਰਪਾਨ, ਦੋਹਾਂ ਹੱਥਾਂ ਵਿੱਚ ਸਰਬਲੋਹ ਦੇ ਕੜੇ। ਉਹ ਪਿੰਡ ਦੇ ਗੁਰਦੁਆਰੇ, ਜਿਸ ਨੂੰ ਪਿੰਡ ਵਾਲੇ ਕੁਟੀਆ ਕਹਿੰਦੇ ਹਨ, ਦੇ ਕਰਤਾ ਧਰਤਾ ਹਨ। ਮਹੀਨੇ ਮੱਸਿਆ ਕੁਟੀਆਂ 'ਚ ਦੂਰੋਂ ਸੰਗਤ ਆਉਂਦੀ ਹੈ ਮੰਨਤਾਂ ਮੰਗਣ।
ਸੁੱਖਾਂ ਲਾਉਣ ਗਿਆਨੀ ਜੀ ਸੰਗਤ ਵਿੱਚ ਖੜੇ ਹੋ ਕੇ ਪ੍ਰਵਚਨ ਕਰਦੇ ਹਨ। ਜਦੋਂ ਉਹ ਬਾਹਾਂ ਉੱਪਰ ਥੱਲੇ ਕਰਦੇ ਹਨ ਤਾਂ ਲੋਹੇ ਦੇ ਭਾਰੇ ਕੜਿਆਂ ਵਿੱਚੋਂ ਨਿਕਲਦੀ ਛਣਨ ਛਣਨ ਦੀਆਂ ਆਵਾਜ਼ਾਂ ਆਲੇ ਦੁਆਲੇ ਵਿੱਚ ਜੋਸ਼ ਭਰ ਦਿੰਦੀਆਂ ਹਨ। ਲੋਕ ਕੀਲੇ ਜਾਂਦੇ ਹਨ। ਬੜਾ ਹੀ ਅਲੌਕਿਕ ਨਜ਼ਾਰਾ ਹੁੰਦਾ ਹੈ। ਉਹਨਾਂ ਦੀ ਆਵਾਜ਼ 'ਚ ਜਾਦੂ, ਅੱਖਾਂ 'ਚ ਖਿੱਚ ਤੇ ਮੱਥੇ 'ਤੇ ਨੂਰ ਹੈ। ਮੈਨੂੰ ਇੱਕ ਰਹੱਸਮਈ ਘਟਨਾ ਵੀ ਯਾਦ ਆ ਰਹੀ ਆ। ਮੈਂ ਛੋਟਾ ਜਿਹਾ ਸੀ, ਮਸਾਂ 8 ਕੁ ਸਾਲਾਂ ਦਾ। ਇੱਕ ਦਿਨ ਕਥਾ ਤੋਂ ਬਾਅਦ ਗਿਆਨੀ ਜੀ ਮੈਨੂੰ ਗੋਦ ਵਿੱਚ ਬਿਠਾ ਕੇ ਝੂਟੇ ਮਾਟੇ ਕਰਨ ਲੱਗੇ। ਫਿਰ ਕੰਧ 'ਤੇ ਟੰਗੀ 5 ਪਿਆਰੇ ਸਾਜਣ ਵਾਲੀ ਤਸਵੀਰ ਵੱਲ ਝਾਕਦਿਆਂ ਕਹਿਣ ਲੱਗੇ, ਗੁਰਦਰਸ਼ਨ ਪੁੱਤਰ, ਜਦੋਂ ਮੈਂ ਦਸਮ ਪਾਤਸ਼ਾਹ ਵਾਂਗ ਸੱਜੇ ਹੱਥ ਦੀ ਪਹਿਲੀ ਉਂਗਲ ਖੜੀ ਕਰਕੇ ਇਉਂ ਇੱਕ ਸਿੰਘ ਦਾ ਸਿਰ ਮੰਗੇ ਜਾਣ ਦੀ ਕਥਾ ਸੁਣਾਉਂਦਾ ਹਾਂ ਤਾਂ ਮੈਨੂੰ ਲੱਗਦਾ ਮੇਰੇ 'ਚ ਕੋਈ ਪੌਣ ਆ ਜਾਂਦੀ ਆ, ਜਿਵੇਂ ਮੈਂ ਗੁਰੂ ਗੋਬਿੰਦ ਸਿੰਘ ਹੋਵਾਂ। ਮੈਂ ਜੋਸ਼ ਨਾਲ ਭਰ ਜਾਂਦਾ। ਮੇਰੀ ਆਵਾਜ਼ ਗੂੰਜਣ ਲੱਗਦੀ ਆ, ਸਰੀਰ ਕੰਬਣ ਲੱਗ ਜਾਂਦਾ। ਸੰਗਤਾਂ ਜੈਕਾਰੇ ਮਾਰਦੀਆਂ। ਅੱਖਾਂ ਬੰਦ ਕਰਕੇ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਵਾਹਿਗੁਰੂ। ਮੈਂ ਵੀ ਆਪਣੇ ਪੁੱਤ ਨੂੰ ਗੱਲ ਅਧੂਰੀ ਛੱਡ ਗਏ। ਉਹ ਮੈਨੂੰ ਆਪਣੀ ਗੋਦ ਵਿੱਚ ਤੇਜ਼ ਝੂਟੇ ਦੇਣ ਲੱਗ ਪਏ। ਮੈਨੂੰ ਬਹੁਤ ਪਿਆਰ ਆਇਆ। ਮੈਂ ਗਿਆਨੀ ਜੀ ਨੂੰ ਘੁੱਟ ਕੇ ਜੱਫੀ ਪਾ ਲਈ। ਉਹਨਾਂ ਵਿੱਚ ਆਉਂਦੀ ਮਿੱਠੀ ਮਿੱਠੀ ਖੁਸ਼ਬੋਈ ਮੈਨੂੰ ਹੋਰ ਵੀ ਚੰਗੀ ਲੱਗਣ ਲੱਗੀ। ਪਰ ਹੁਣ ਮੈਂ ਸੋਚਦਾ ਹਾਂ ਕਿ ਗਿਆਨੀ ਜੀ ਮੈਨੂੰ ਕੀ ਬਣਾਉਣਾ ਚਾਹੁੰਦੇ ਸਨ ਤੇ ਕਿਉਂ। ਕੋਈ ਸਿੱਧਾ ਜਵਾਬ ਤਾਂ ਨਹੀਂ ਮਿਲਦਾ। ਹਾਂ, ਇਹ ਜ਼ਰੂਰ ਹੈ ਕਿ ਪੈਸੇ ਤੇ ਸ਼ੌਹਰਤ ਨੇ ਉਹਨਾਂ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਉਹਨਾਂ 'ਚੋਂ ਗਿਆਨ ਨਹੀਂ, ਪੈਸੇ ਦੀ ਉੱਲੀ ਲੱਗੀ ਹੈਂਕੜ ਬੋਲਦੀ ਹੈ। ਉਹ ਪੈਸੇ ਦੀ ਚਮਕ ਮੇਰੇ ਵਿੱਚੋਂ ਵੇਖਣਾ ਚਾਹੁੰਦੇ ਹਨ। ਜਦੋਂ ਕਦੇ ਮੈਂ ਸਮਰੱਥ ਹੋਇਆ ਤਾਂ ਉਹਨਾਂ ਨੂੰ ਇਹਦਾ ਅਹਿਸਾਸ ਕਰਾਵਾਂਗਾ। ਜਦੋਂ ਮੈਂ ਗਿਆਨੀ ਬਣਿਆ, ਯੂਨੀਵਰਸਿਟੀ ਦੇ ਯੂਥ ਫੈਸਟੀਵਲ ਵਾਸਤੇ ਤਿਆਰ ਕੀਤੇ ਜਾਣ ਵਾਲੇ ਨਾਟਕ 'ਚ ਇੱਕ ਸਿੱਧ ਪੱਧਰੇ ਦਰਸ਼ਨੀ ਪੇਂਡੂ ਆਦਮੀ ਦਾ ਰੋਲ ਹੈ। ਡਾਇਰੈਕਟਰ ਜਗਦੀਸ਼ ਨੇ ਮੇਰੀ ਚੋਣ ਕਰ ਲਈ। ਅਖੇ ਇਹ ਟ੍ਰੈਡੀਸ਼ਨਲ ਪੇਂਡੂ ਸਿੱਖ ਲੱਗਦਾ, ਬਿਲਕੁਲ ਕਿਸੇ ਗਿਆਨੀ ਪੁਰਸ਼ ਵਾਂਗ। ਸੰਜੂ ਤੇ ਰਾਜ ਹੋਰੀ ਉਦੋਂ ਤੋਂ ਹੀ ਮੈਨੂੰ ਗਿਆਨੀ ਜੀ ਕਹਿੰਦੇ ਨੇ। ਮੈਂ ਉਹਨਾਂ ਨਾਲ ਬਚਪਨ 'ਚ ਗਿਆਨੀ ਬਣਨ ਦੀ ਇੱਕ ਯਾਦ ਸਾਂਝੀ ਕੀਤੀ। ਚੌਥੀ 'ਚ ਪੜ੍ਹਦਿਆਂ ਪਿਤਾ ਜੀ ਮੈਨੂੰ ਪਾਠ ਦੀ ਰੌਲ 'ਤੇ ਲੈ ਜਾਂਦੇ ਸਨ। ਪਾਠ ਕਰਨ ਦੀਆਂ ਵਿਧੀਆਂ ਸਮਝਾਉਂਦੇ, ਚੌਕੜਾ ਮਾਰਨ ਦਾ ਢੰਗ ਦੱਸਦੇ, ਅੱਖਾਂ ਬੰਦ ਕਰਨ ਤੇ ਹੱਥ ਜੋੜਨ ਦੀ ਜਾਂਚ ਸਿਖਾਉਂਦੇ। ਪਿਆਰ ਨਾਲ ਕਹਿੰਦੇ, ਬੱਲਿਆ, ਇਹਨਾਂ ਛੋਟੀਆਂ ਗੱਲਾਂ ਪਿੱਛੇ ਬਹੁਤ ਵੱਡੀ ਸ਼ਕਤੀ ਲੁਕੀ ਆ। ਸ਼ਕਲ ਵੇਖ ਕੇ ਅਗਲਾ ਕੀਲਿਆ ਜਾਂਦਾ, ਐਵੇਂ ਨਹੀਂ ਦੁਨੀਆ ਪੈਰੀ ਪੈਂਦੀ। ਨਾਲ ਲੈ ਕੇ ਆਉਣੀ ਆ, ਤੂੰ ਇੱਕ ਦਿਨ ਵੀ ਨਹੀਂ ਲਿਆ ਸਕਿਆ। 10ਵੀਂ ਤੋਂ ਬਾਅਦ ਉਹ ਪੜ੍ਹਨੋਂ ਹਟ ਗਈ। ਸੰਗਤ ਉਹਨਾਂ ਨੂੰ ਗਿਆਨੀ ਜੀ ਆਖਦੀ। ਲੋਕ ਪੈਰੀ ਹੱਥ ਲਾਉਂਦੇ। ਉਦੋਂ ਤੋਂ ਹੀ ਮੈਂ ਵੀ ਉਹਨਾਂ ਨੂੰ ਪਿਤਾ ਜੀ ਦੀ ਥਾਂ ਗਿਆਨੀ ਜੀ ਬੁਲਾਉਣ ਲੱਗਿਆ ਸੀ। ਇੱਕ ਦਿਨ ਕੁਟੀਆ ਦਾ ਸੇਵਾਦਾਰ ਮੱਖਣ ਸਿੰਘ ਮੇਰੇ ਸਿਰ ਤੇ ਹੱਥ ਫੇਰਦਾ ਬੋਲਿਆ, ਲੈ ਬਈ, ਗਿਆਨੀ ਜੀ ਦੀ ਜ਼ਿੰਦਗੀ ਤਾਂ ਸਫਲ ਆ। ਦੇਖ ਲੈ ਦਰਸ਼ਨ ਸਿਉਂ, ਜਮਾ ਹੀ ਉਹਨਾਂ ਦਾ ਰੂਪ ਆ, ਪੱਕਾ ਨਿਤਨੇਮੀ, ਸਾਰੀ ਬਾਣੀ ਕੰਠ ਕਰੀ ਫਿਰਦਾ ਐਸ ਉਮਰੇ। ਸਹੀ ਗੱਲ ਆ ਬਾਈ, ਕਿ ਨਹੀਂ? ਅੱਜ ਕੱਲ੍ਹ ਦੀ ਮੰਡੀਰ ਨੂੰ ਪਟੇ ਚੋਪੜਨ ਤੋਂ ਹੀ ਵਿਹਲ ਨਹੀਂ ਮਿਲਦੀ, ਕਿ ਨਹੀਂ? ਸਭ ਕਰਮਾਂ ਦਾ ਫਲ ਆ। ਇਸ ਵਰਗਾ ਪੁੱਤ ਤਾਂ ਰੱਬ ਘਰ ਘਰ ਦੇਵੇ, ਕਿ ਨਹੀਂ? ਦਾੜੀ ਖੁਰਕਦਾ ਪਾਠੀ ਜੋਗਿੰਦਰ ਸਿੰਘ ਬੋਲਿਆ, ਲੈ ਬਾਈ ਮੱਖਣਾ, ਅੱਜ ਤੋਂ ਗੁਰਦਰਸ਼ਨ ਸਿੰਘ ਨੂੰ ਆਪਾਂ ਛੋਟੇ ਗਿਆਨੀ ਜੀ ਕਹਿ ਕੇ ਬੁਲਾਇਆ ਕਰਾਂਗੇ। ਹੈਂ, ਠੀਕ ਆ ਨਾ ਮੇਰੀ ਗੱਲ? ਸੇਵਾਦਾਰ ਅਜੀਤ ਸਿੰਘ ਮੈਨੂੰ ਗੋਦੀ 'ਚ ਬਿਠਾਉਂਦਿਆਂ ਕਿਹਾ, ਹਾਂ, ਮੈਂ ਵੀ ਵੱਡਾ ਹੋ ਕੇ ਗਿਆਨੀ ਬਣੂੰਗਾ, ਗਿਆਨੀ ਜੀ ਵਾਂਗ। ਮੈਂ ਮਨ 'ਚ ਸੋਚਿਆ। ਇਸ ਤਰ੍ਹਾਂ ਮੈਂ ਗਿਆਨੀ ਬਣ ਗਿਆ। ਲੋਕ ਮੈਨੂੰ ਪਿਆਰ ਕਰਦੇ ਹਨ। ਹਾਂ, ਸਕੂਲ 'ਚ ਜਵਾਕ ਜ਼ਰੂਰ ਛੇੜਦੇ ਰਹਿੰਦੇ ਸੀ, ਅਖੇ ਭਾਈ ਜੀ ਦੀ ਕੱਛ ਵਿੱਚ ਗੋਹ ਵੜ ਗਈ, ਇੱਕ ਨਿਕਲੀ ਤੇ ਭਾਈ ਜੀ ਇੱਕ ਹੋਰ ਵੜ ਗਈ। ਪਰ ਮੈਨੂੰ ਚੰਗਾ ਲੱਗਦਾ ਸੀ, ਉਦੋਂ ਵੀ ਤੇ ਹੁਣ ਵੀ। ਰਾਣੀ ਬਹੁਤ ਪਿਆਰੀ ਕੁੜੀ ਹੈ, ਸੰਗਾਊ ਤੇ ਸੋਹਣੀ। ਛੋਟੇ ਹੁੰਦੇ ਜਦੋਂ ਉਸ ਦੀ ਕੋਈ ਸਹੇਲੀ ਉਸ ਨਾਲ ਲੜਦੀ ਤਾਂ ਉਹ ਅਕਸਰ ਮੇਰੀ ਬਾਂਹ ਫੜ ਕੇ ਰੋਣ ਲੱਗ ਜਾਂਦੀ, ਸ਼ਿਕਾਇਤ ਲਾਉਂਦੀ, ਆਪਣੀਆਂ ਸਹੇਲੀਆਂ ਦੀ ਕੁੱਟਮਾਰ ਕਰਨ ਲਈ ਕਹਿੰਦੀ, ਆਪਣੀਆਂ ਸਹੇਲੀਆਂ ਤੇ ਮੇਰੀ ਧੌਂਸ ਪਾਈ ਰੱਖਦੀ। ਅਖੇ ਦਰਸੀ ਵੀਰੇ ਦੀ ਇੱਕ ਚਪੇੜ ਪੈ ਗਈ ਤਾਂ 5 ਦਿਨ ਤਾਪ ਨਹੀਂ ਉਤਰਨਾ। 5ਵੀਂ ਤੱਕ ਅਸੀਂ ਇੱਕੋ ਤੱਪੜ ਤੇ
ਬੈਠੇ ਰਹੇ। ਉਹ ਮੈਨੂੰ ਘਰੋਂ ਸੱਦ ਕੇ ਨਾਲ ਲੈ ਜਾਂਦੀ। ਸਕੂਲੋਂ ਮੁੜਦੇ ਜੇ ਮੈਂ ਖੇਡਣ ਲੱਗ ਜਾਂਦਾ ਤਾਂ ਉਹ ਬੈਠੀ ਰਹਿੰਦੀ। ਘਰ ਇਕੱਠੇ ਹੀ ਮੁੜਦੇ। ਗਰਮੀ 'ਚ ਇੱਕ ਦਿਨ ਮੈਂ ਕਬੱਡੀ ਖੇਡਣ ਲੱਗ ਪਿਆ। ਉਹ ਬੋਰਡ ਹੇਠਾਂ ਬੈਠੀ ਬੈਠੀ ਸੌਂ ਗਈ। ਮੈਂ ਆਪਣਾ ਬਸਤਾ ਚੁੱਕ ਕੇ ਘਰ ਆ ਗਿਆ। ਜਦੋਂ ਦਿਨ ਢਲੇ ਤੱਕ ਰਾਣੀ ਘਰ ਨਾ ਆਈ ਤਾਂ ਉਸਦੀ ਬੀਬੀ ਸਾਡੇ ਘਰ ਪੁੱਛਣ ਆਈ। ਉੱਧਰੋਂ ਜਾਗ ਖੁੱਲ੍ਹਣ 'ਤੇ ਉੱਚੀ ਉੱਚੀ ਰੋਂਦੀ ਰਾਣੀ ਸਕੂਲੋਂ ਘਰ ਨੂੰ ਤੁਰੀ ਆਉਂਦੀ ਦਿਸ ਪਈ। ਉਹ ਕਈ ਦਿਨ ਮੇਰੇ ਨਾਲ ਰੁੱਸੀ ਰਹੀ। ਕਹਿੰਦੀ, ਮੈਂ ਰੋਜ਼ ਤੈਨੂੰ ਨਾਲ ਲੈ ਕੇ ਆਉਂਦੀ ਹਾਂ, ਤੂੰ ਇੱਕ ਦਿਨ ਵੀ ਨਹੀਂ ਲਿਆ ਸਕਿਆ। 10ਵੀਂ ਤੋਂ ਬਾਅਦ ਉਹ ਪੜ੍ਹਨੋਂ ਹਟ ਗਈ। ਮੈਂ ਕਾਲਜ ਲੱਗ ਗਿਆ। ਹੁਣ ਤਾਂ ਵੱਡੀ ਹੋ ਗਈ ਹੈ, ਹੋਰ ਸੋਹਣੀ ਵੀ। ਜਦੋਂ ਪਿੰਡ ਜਾਂਦਾ ਹਾਂ ਤਾਂ ਮੇਰੇ ਨਾਲ ਗੱਲਾਂ ਕਰਕੇ ਉਸਦਾ ਢਿੱਡ ਨਹੀਂ ਭਰਦਾ। ਸਿਰ ਨੀਵਾਂ ਕਰਕੇ ਗੱਲਾਂ ਕਰਦੀ ਰਾਣੀ ਬਹੁਤ ਹੀ ਪਿਆਰੀ ਲੱਗਦੀ ਹੈ। ਫਿਲਾਸਫੀ ਦਾ ਸਬਜੈਕਟ ਪੜ੍ਹਦਿਆਂ ਮੈਂ ਕਈ ਵਾਰ ਆਪਣੇ ਤੇ ਰਾਣੀ ਦੇ ਰਿਸ਼ਤੇ ਦਾ ਨਾਂ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਲੱਭਿਆ ਨਹੀਂ। ਪ੍ਰੋਫੈਸਰ ਮਿੱਤ ਕਹਿੰਦੇ ਨੇ, ਕਈ ਰਿਸ਼ਤੇ ਅਜੀਬ ਹੁੰਦੇ ਹਨ, ਉਹਨਾਂ ਦਾ ਕੋਈ ਨਾਮ ਨਹੀਂ ਹੁੰਦਾ, ਖੁਦ ਨੂੰ ਪਤਾ ਵੀ ਨਹੀਂ ਹੁੰਦਾ, ਪਰ ਖੁਦ ਕਿਆਸਦੇ ਵੀ ਰਹਿੰਦੇ ਹਾਂ। ਰਾਣੀ ਦਾ ਘਰ ਪਿੰਡ ਦੀਆਂ ਨਿਆਈਆਂ 'ਚ ਹੈ। ਕਹਿੰਦੇ ਉਹਦਾ ਬਾਪ ਅੱਤਵਾਦੀ ਸੀ ਜਿਸ ਨੂੰ ਪੁਲਿਸ ਨੇ ਮਾਰ ਦਿੱਤਾ। ਉਸਦੀ ਮਾਂ ਜਸਮੇਲ ਕੌਰ ਨੂੰ ਲੋਕਾਂ ਨੇ ਪਿੰਡੋਂ ਜਾਣ ਨਹੀਂ ਦਿੱਤਾ। ਆਖੇ ਤੂੰ ਸਾਡੇ ਪਿੰਡ ਦੀ ਨੂੰਹ ਹੈ, ਜਿੰਨਾ ਚਿਰ ਪਿੰਡ ਵੱਸਦਾ ਤੂੰ ਪਿੰਡ ਇੱਥੇ ਹੀ ਰਹਿ, ਤੈਨੂੰ ਕਿਸੇ ਗੱਲ ਦੀ ਘਾਟ ਨਹੀਂ। ਬੜੇ ਚੰਗੇ ਲੋਕ ਨੇ ਮੇਰੇ ਪਿੰਡ ਦੇ। ਬੀਬੀ ਹੁਣ ਕੁਟੀਆ 'ਚ ਸੇਵਾ ਕਰਦੀ ਹੈ। ਉਹ 2 ਜੀ ਹਨ, ਮਾਂ ਤੇ ਧੀ। ਗਿਆਨੀ ਜੀ ਨੇ ਪਿੰਡ ਵਾਲਿਆਂ ਨੂੰ ਕਹਿ ਕੇ ਉਹਨਾਂ ਦਾ ਘਰ ਪਵਾ ਦਿੱਤਾ। ਹਾੜੀ ਸੋਹਣੀ, ਹਰ ਘਰ ਵਿੱਚੋਂ ਦਾਣਾ ਫੱਕਾ ਆ ਜਾਂਦਾ। ਮੈਂ ਜਦੋਂ ਪਿੰਡ ਜਾਂਦਾ ਹਾਂ ਤਾਂ ਰੋਟੀ ਆਪਣੇ ਘਰ ਖਾਂਦਾ ਹਾਂ। ਗੁੜ ਦੀ ਰੋਟੀ ਰਾਣੀ ਦੇ ਘਰੋਂ ਜਾ ਕੇ ਮੰਗਦਾ ਹਾਂ। ਕਦੇ ਰਾਣੀ ਆਪਣੇ ਘਰੋਂ ਚਾਹ ਦੀ ਗੜਵੀ ਭਰ ਲਿਆਉਂਦੀ ਹੈ ਤੇ ਮੈਨੂੰ ਤੇ ਗਿਆਨੀ ਜੀ ਨੂੰ ਪਿਆ ਦਿੰਦੀ ਹੈ। ਇੱਕ ਦਿਨ ਮੈਂ ਉਸ ਨੂੰ ਆਪਣੇ ਨਾਲ ਪੜ੍ਹਦੀ ਕੁੜੀ ਸ਼ੇਰੀ ਦੀ ਗੱਲ ਸੁਣਾਈ। ਉਹ ਰੋਹਿਤ ਨਾਲ ਪਿਆਰ ਕਰਦੀ ਹੈ। ਰੋਹਿਤ ਆਸਟ੍ਰੇਲੀਆ ਪੜ੍ਹਦਾ ਹੈ। ਉਸ ਨੂੰ ਰੋਹਿਤ ਦੀਆਂ ਚਿੱਠੀਆਂ, ਮੋਬਾਈਲ ਮੈਸੇਜ, ਫੋਨ ਆਉਂਦੇ ਰਹਿੰਦੇ ਨੇ। ਸਾਨੂੰ ਵੀ ਦੱਸੋ। ਕਦੇ ਖੁਸ਼ ਹੁੰਦੀ ਆ, ਕਦੇ ਉਦਾਸ, ਕਦੇ ਰੋਂਦੀ। ਉਹ ਆਪਣੇ ਵਿਆਹ ਦਾ ਸਾਰਾ ਪ੍ਰੋਗਰਾਮ ਤਿਆਰ ਕਰੀ ਬੈਠੀ ਆ। ਵਿਆਹ ਕਿਵੇਂ ਕਰਨਾ, ਹਨੀਮੂਨ ਕਿੱਥੇ ਮਨਾਉਣਾ। ਉਹ ਬਹੁਤ ਐਡਵਾਂਸ ਤੇ ਬਹਾਦਰ ਕੁੜੀ ਆ। ਗੱਲਾਂ ਕਰਦੇ ਕਰਦੇ ਅਚਾਨਕ ਮੈਂ ਰਾਣੀ ਨੂੰ ਪੁੱਛਿਆ, ਤੂੰ ਕਿਹੋ ਜਿਹੇ ਮੁੰਡੇ ਨਾਲ ਵਿਆਹ ਕਰੇਂਗੀ। ਰਾਣੀ ਤੇਰੇ ਵਰਗਾ ਕਹਿ ਕੇ ਪਹਿਲਾਂ ਦੋਹਾਂ ਹਥੇਲੀ ਨਾਲ ਆਪਣਾ ਮੂੰਹ ਲੁਕੋ ਕੇ ਬੈਠੀ ਰਹੀ, ਫਿਰ ਉੱਠ ਕੇ ਭੱਜ ਗਈ। ਕਮਲੀ, ਕਮਾਲ ਹੈ। ਕੁੜੇ ਨੂੰ ਵਿਆਹ ਦਾ ਚਾਅ ਬਹੁਤ ਹੁੰਦਾ ਹੈ, ਸੰਗ ਵੀ ਡਾਢੀ। ਮੈਂ ਉਸ ਨੂੰ ਵਿਆਹ ਦਾ ਨਾਂ ਲੈ ਕੇ ਛੇੜਦਾ ਹਾਂ ਤਾਂ ਉਹ ਆਪਣੀਆਂ ਅੱਖਾਂ ਹੋਰ ਵੀ ਨੀਵੀਆਂ ਕਰ ਲੈਂਦੀ ਹੈ। ਮਾਂ, ਹਫ਼ਤੇ 10 ਦਿਨ ਬਾਅਦ ਪਿੰਡੋਂ ਮੁੜਿਆ ਹਾਂ। ਮਨ ਬਹੁਤ ਉਦਾਸ ਹੈ। ਰਾਣੀ ਦੀ ਮਾਂ ਪੂਰੀ ਹੋ ਗਈ ਹੈ। ਮੈਨੂੰ ਉਸ 'ਚੋਂ ਆਪਣੀ ਮਾਂ ਦਾ ਝੋਲਾ ਪੈਂਦਾ ਸੀ। ਮੈਨੂੰ ਆਪਣੀ ਮਾਂ ਦੀ ਸ਼ਕਲ ਬਹੁਤੀ ਯਾਦ ਨਹੀਂ। ਉਹ ਮੇਰੇ ਜਨਮ ਤੋਂ ਕੁਝ ਮਹੀਨੇ ਬਾਅਦ ਹੀ ਮਰ ਗਈ ਸੀ। ਨਾਨੀ ਨੇ ਮੈਨੂੰ ਪਾਲਿਆ। 5 ਸਾਲ ਦਾ ਹੋਇਆ ਤਾਂ ਨਾਨੀ ਵੀ ਤੁਰ ਗਈ। ਖੈਰ, ਹੁਣ ਚੰਗੀ ਸੀ ਰਾਣੀ ਦੀ ਬੀਬੀ। ਕਦੇ ਕਿਸੇ ਨਾਲ 3-5 ਨਹੀਂ ਕੀਤੀ। ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਸੀ, ਜਿਵੇਂ ਅੰਦਰੋਂ ਅੰਦਰ ਹੀ ਕੋਈ ਖਾ ਰਿਹਾ ਹੋਵੇ। ਫਿਰ ਇੱਕ ਦਿਨ ਪਿੰਡ ਦੇ ਚੜ੍ਹਦੇ ਵਾਲੇ ਪਾਸੇ ਉਜਾੜ ਖੂਹ ਵਿੱਚੋਂ ਮਰੀ ਪਈ ਲੱਭੀ। ਦੁੱਖ ਬਹੁਤ ਹੋਇਆ। ਬੁੜੀਆਂ ਗੱਲਾਂ ਕਰਦੀਆਂ ਸਨ ਕਿ ਜਸਮੇਲੋਂ ਕੱਲੀ ਨਹੀਂ ਮਰੀ, 2 ਜਾਣੇ ਮਰੇ ਨੇ। ਉਸਦੀ ਕੁੱਖ ਵਿੱਚ ਬੱਚਾ ਸੀ। ਮੈਂ ਬੀਬੀ ਦੇ ਭੋਗ ਤੱਕ ਪਿੰਡ ਹੀ ਰਿਹਾ ਸੀ। ਭੋਗ ਤੇ ਗਿਆਨੀ ਜੀ ਨੇ ਵੈਰਾਗਮਈ ਕੀਰਤਨ ਕਰਦੇ ਹੋਏ ਕਹਿਣ ਲੱਗੇ, ਵਾਹਿਗੁਰੂ ਵਾਹਿਗੁਰੂ। ਮਾਤਾ ਜਸਮੇਲ ਕੌਰ ਨੇ ਸਾਰੀ ਉਮਰ ਧਰਮ ਪਾਲਿਆ, ਧਰਮ ਦੀ ਖਾਤਰ ਪਤੀ ਦਿੱਤਾ, ਜਵਾਨੀ ਦਿੱਤੀ, ਦਿਨ ਰਾਤ ਗੁਰੂ ਘਰ ਦੀ ਸੇਵਾ ਕੀਤੀ। ਅਜਿਹੇ ਧਰਮੀ ਲੋਕਾਂ ਦੀ ਦਰਗਾਹ ਵਿੱਚ ਵੀ ਬੜੀ ਲੋੜ ਹੁੰਦੀ ਆ। ਉਸ ਦੀ ਦੇਣ ਨਹੀਂ ਦਿੱਤੀ ਜਾ ਸਕਦੀ। ਸੰਗਤ ਜੀ, ਉਸ ਧਰਮੀ ਦੀ ਮੌਤ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਉੱਡ ਰਹੀਆਂ ਨੇ। ਵਾਹਿਗੁਰੂ ਵਾਹਿਗੁਰੂ, ਪਰ ਆਪਾਂ ਉਸ ਦੀ ਮਿੱਟੀ ਨਹੀਂ ਰੋਲਣੀ। ਪੁਲਿਸ ਪਿੰਡ ਆਵੇ, ਥਾਣੇ ਕਚਹਿਰੀਆਂ ਉਸ ਧਰਮੀ ਦਾ ਨਾਂ ਨਾ ਰੋਲੇ। ਉਸ ਦੇ ਪਤੀ ਸ਼ਹੀਦ ਸੁਖਮਿੰਦਰ ਸਿੰਘ ਦੀ ਬਦਨਾਮੀ ਹੋਵੇ। ਉਸ ਦੀ ਨਿਆਣੀ ਧੀ ਤਰੀਕਾਂ ਭੁਗਤੇ। ਦੱਸੋ, ਇਹ ਚੰਗੀ ਗੱਲ ਆ? ਪਰਮਾਤਮਾ ਨੂੰ ਭਾਇਆ। ਬਸ ਹੁਣ ਆਪਾਂ
ਉਸ ਦੀ ਇੱਜ਼ਤ ਪਿੰਡ ਦੀ ਇੱਜ਼ਤ। ਵਾਹਿਗੁਰੂ, ਪਤਾ ਨਹੀਂ ਕਿਉਂ ਉਸ ਦਿਨ ਮੈਨੂੰ ਗਿਆਨੀ ਜੀ ਅੰਦਰੋਂ ਡਰੇ ਹੋਏ ਲੱਗੇ। ਉਸ ਦੀ ਆਵਾਜ਼ 'ਚ ਗੜਸ ਨਹੀਂ ਸੀ ਜਿਹੜੀ ਅਕਸਰ ਹੁੰਦੀ ਹੈ, ਬਨਾਉਟੀ ਜਿਹਾ ਅੰਦਾਜ਼ ਸੀ, ਮਿੰਨਤ ਤੇ ਮੱਕਾਰੀ ਭਰਿਆ। ਪਤਾ ਨਹੀਂ ਕਿਉਂ ਮੈਂ ਕਈ ਵਾਰ ਗਿਆਨੀ ਜੀ ਨੂੰ ਪੁੱਛਣ ਦੀ ਕੋਸ਼ਿਸ਼ ਵੀ ਕੀਤੀ। ਸਾਡੇ ਪਿੰਡ ਦੇ ਲੋਕ ਅਜੇ ਵੀ ਬਹੁਤ ਚੰਗੇ ਨੇ। ਬੀਬੀ ਦੇ ਭੋਗ ਤੇ ਲੋਕਾਂ ਨੇ 50,000 ਰੁਪਈਆ ਇਕੱਠਾ ਕਰਕੇ ਰਾਣੀ ਦੇ ਨਾਂ ਜਮ੍ਹਾਂ ਕਰਾਉਣ ਲਈ ਗਿਆਨੀ ਜੀ ਨੂੰ ਦੇ ਦਿੱਤਾ। ਪਿੰਡ ਵਾਲਿਆਂ ਫਿਰ ਹਾਂ ਦਾ ਨਾਰਾ ਮਾਰਿਆ, ਆਖੇ ਰਾਣੀ ਪਿੰਡ ਦੀ ਧੀ ਹੈ। ਪਿੰਡ ਵਾਲੇ ਹੀ ਉਸਦੇ ਮਾਂ-ਬਾਪ ਤੇ ਭੈਣ ਭਾਈ ਹਨ। ਰਾਣੀ ਦੇ ਭਵਿੱਖ ਤੇ ਉਸਦੇ ਵਿਆਹ ਦੀ ਜ਼ਿੰਮੇਵਾਰੀ ਵੀ ਪਿੰਡ ਦੀ ਹੈ। ਭੋਗ ਤੋਂ ਬਾਅਦ ਰਾਣੀ ਨੂੰ ਉਸਦਾ ਗੁਰਦਾਸਪੁਰ ਵਾਲਾ ਮਾਮਾ ਲੈ ਗਿਆ। ਜਾਂਦੀ ਹੋਈ ਰਾਣੀ ਗਿਆਨੀ ਜੀ ਦੇ ਗਲ ਲੱਗ ਕੇ ਬਹੁਤ ਰੋਈ। ਭਰੀਆਂ ਅੱਖਾਂ ਨਾਲ ਮੇਰੇ ਵੱਲ ਝਾਕ ਕੇ ਜਦੋਂ ਉਸਨੇ ਅੱਖਾਂ ਨੀਵੀਆਂ ਕਰ ਲਈਆਂ ਤਾਂ ਮੇਰੀ ਭੁੱਬ ਨਿਕਲ ਗਈ ਸੀ। ਬੀਬੀ ਦੀ ਮੌਤ ਦਾ ਦੁੱਖ ਸੀ ਜਾਂ ਰਾਣੀ ਦੇ ਜਾਣ ਦਾ। ਮੈਂ ਹੁਣ ਵੀ ਜਦੋਂ ਪਿੰਡ ਜਾਂਦਾ ਹਾਂ ਤਾਂ ਉਸ ਦੀ ਬਹੁਤ ਯਾਦ ਆਉਂਦੀ ਹੈ। ਕਈ ਵਾਰ ਰੋਟੀ ਖਾਂਦੇ ਦਾ ਜਦੋਂ ਮੂੰਹ ਮੱਚਣ ਲੱਗ ਜਾਂਦਾ ਹੈ ਤਾਂ ਭੱਜ ਕੇ ਰਾਣੀ ਦੇ ਘਰੋਂ ਗੁੜ ਦੀ ਰੋਟੀ ਖਾਣ ਨੂੰ ਚਿੱਤ ਕਰਦਾ ਹੈ। ਪਰ ਹੁਣ ਉਹ ਕਦੇ-ਕਦੇ ਹੀ ਪਿੰਡ ਆਉਂਦੀ ਆ। ਜਦੋਂ ਪਿੰਡ ਆਉਂਦੀ ਹੈ ਤਾਂ ਸਾਡੇ ਘਰ ਹੀ ਰਹਿੰਦੀ, ਗਿਆਨੀ ਜੀ ਨਾਲ ਦੁੱਖ ਸੁੱਖ ਕਰਦੀ। ਗਿਆਨੀ ਜੀ ਬਾਰੀ 'ਚੋਂ ਬੈਂਕ ਦੀ ਕਾਪੀ ਕੱਢ ਕੇ ਉਸ ਨੂੰ ਦਿਖਾਉਂਦੇ, ਜੋੜ ਘਟਾਓ ਕਰਕੇ ਦੱਸਦੀ, ਜਮ੍ਹਾਂ ਕਰਾਇਆ 50,000 ਰੁਪਇਆ, ਵਿਆਜ ਲੱਗ ਕੇ ਕਿੰਨਾ ਬਣ ਗਿਆ। ਕਹਿੰਦੇ ਇਹ ਸਾਰਾ ਪੈਸਾ ਤੇ ਪੱਲਿਓਂ ਪਾ ਕੇ ਰਾਣੀ ਦਾ ਵਿਆਹ ਬਹੁਤ ਸ਼ਾਨ ਨਾਲ ਕਰਨਾ। ਰਾਣੀ ਦਾ ਮੂੰਹ ਸੂਹਾ ਹੋ ਜਾਂਦਾ ਹੈ। ਫਿਰ ਹੱਸਦੇ ਹੋਏ ਬੈਂਕ ਵਾਲੀ ਕਾਪੀ ਬਾਰੀ ਵਿੱਚ ਸਾਂਭ ਦਿੰਦੇ ਤੇ ਜਿੰਦਾ ਲਾ ਦਿੰਦੇ। ਕੁਟੀਆ ਦੇ ਲੋਕ, ਪਿੰਡ ਕਣਕ ਪੱਕ ਗਈ ਹੋਵੇਗੀ। ਚਾਰੇ ਪਾਸੇ ਸੁਨਹਿਰੀ ਭਾਅ ਮਾਰਦੀ ਕਣਕ ਬਹੁਤ ਪਿਆਰੀ ਲੱਗਦੀ ਹੈ। ਜੱਟਾਂ ਤੋਂ ਲੈ ਕੇ ਦਿਹਾੜੀਆਂ ਤੱਕ ਨੂੰ ਚਾਅ ਚੜ੍ਹ ਜਾਂਦਾ ਹੈ। ਪਹਿਲਾਂ ਮੈਂ ਵੀ ਹਾੜੀ ਤੇ ਛੁੱਟੀਆਂ ਲੈ ਕੇ ਪਿੰਡ ਜਾਂਦਾ ਹੁੰਦਾ ਸੀ। ਸਾਲ ਭਰ ਲਈ ਕਣਕ ਤੂੜੀ ਇਕੱਠੀ ਕਰਨੀ ਹੁੰਦੀ ਸੀ। ਪਰ ਜਦੋਂ ਤੋਂ ਗਿਆਨੀ ਜੀ ਨੇ ਕੁਟੀਆਂ ਦਾ ਕੰਮ ਸੰਭਿਆ, ਹਾੜੀ ਦਾ ਅੰਦਾਜ਼ ਹੀ ਬਦਲ ਗਿਆ ਹੈ। ਹੁਣ ਗਿਆਨੀ ਜੀ ਜੀਪ ਤੇ ਹਾੜੀ ਸੋਣੀ ਪਟੜੀ ਦੇ ਪਿੰਡਾਂ ਵਿੱਚੋਂ ਜਿੰਸ ਇਕੱਠੀ ਕਰਦੇ ਹਨ। ਲੰਗਰ ਜੋਗੀ ਰੱਖ ਕੇ ਬਾਕੀ ਵੇਚ ਦਿੰਦੇ ਹਨ। ਵੱਟੇ ਪੈਸਿਆਂ ਨਾਲ ਕੁਟੀਆਂ ਵਿੱਚ ਬਰਾਂਡਾ ਬਣ ਜਾਂਦਾ ਹੈ ਜਾਂ ਪੱਖੇ ਲੱਗ ਜਾਂਦੇ। ਲੋਕ ਗਿਆਨੀ ਜੀ ਦੀ ਬਹੁਤ ਉਪਮਾ ਕਰਦੇ ਹਨ। ਕੁਝ ਹੀ ਸਾਲਾਂ ਵਿੱਚ ਗਿਆਨੀ ਜੀ ਨੇ ਕੁਟੀਆਂ ਨੂੰ ਸੰਗਮਰਮਰ ਵਿੱਚ ਮੜ ਦਿੱਤਾ ਸੀ। ਲੱਖਾਂ ਰੁਪਈਆ ਕੰਧਾਂ ਕੋਲਿਆਂ ਤੇ ਥੱਪਿਆ ਪਿਆ ਸੀ। ਦੂਸਰੇ ਪਾਸੇ ਮੇਰੇ ਪਿੰਡ 'ਚ ਇੱਕ ਹੀ ਪ੍ਰਾਇਮਰੀ ਸਕੂਲ ਹੈ ਜਿੱਥੇ ਕੋਈ ਕਮਰਾ ਨਹੀਂ। ਅਜੇ ਵੀ ਬੱਚੇ ਤੱਪੜਾਂ ਤੇ ਬੋਰੀਆਂ ਤੇ ਬੈਠਦੇ ਨੇ। ਮੀਂਹ ਕਣੀ ਤੇ ਧੁੱਪ ਤੋਂ ਬਚਣ ਦਾ ਕੋਈ ਸਹਾਰਾ ਨਹੀਂ। ਪਿੰਡ 'ਚ ਕੋਈ ਚੱਜ ਦੀ ਧਰਮਸ਼ਾਲਾ ਨਹੀਂ, ਅੱਡਾ ਨਹੀਂ, ਹੋਰ ਤਾਂ ਹੋਰ ਪਿੰਡ 'ਚ ਕੋਈ ਨਲਕਾ ਨਹੀਂ। ਸਾਰਾ ਵਿਹੜਾ ਜੈਲਦਾਰ ਭੀਰੇ ਦੇ ਨਲਕੇ ਤੋਂ ਪਾਣੀ ਲੈ ਕੇ ਆਉਂਦਾ ਹੈ। ਮੈਂ ਇੱਕ ਵਾਰ ਗਿਆਨੀ ਜੀ ਨੂੰ ਕਿਹਾ ਕਿ ਵਿਹੜੇ ਅਤੇ ਕੁਟੀਆਂ ਦੇ ਬਾਹਰ ਨਲਕੇ ਲਵਾ ਦਿਓ, ਉੱਪਰ ਮੋਟਰ ਲਵਾ ਦਿਓ, ਲੋਕਾਂ ਨੂੰ ਸੁੱਖ ਹੋ ਜੂ। ਵਿਚਾਰੇ ਅੱਗ ਵਰਗੀ ਗਰਮੀ 'ਚ ਨੰਗੇ ਪੈਰ ਪਾਣੀ ਲਿਆਉਂਦੇ ਨੇ। ਗਿਆਨੀ ਜੀ ਪਹਿਲਾਂ ਤਾਂ ਹੱਸੇ, ਫਿਰ ਕਹਿੰਦੇ, ਪੁੱਤ ਨਲਕਿਆਂ ਦਾ ਕੀ ਆ, ਕੱਲ੍ਹ ਲਵਾ ਦਈਏ। ਪਰ ਤੈਨੂੰ ਨਹੀਂ ਪਤਾ ਮਾੜੀ ਕੌਮ ਨੂੰ ਘਿਓ ਨਹੀਂ ਪਚਦਾ। ਇਹਨਾਂ ਨੇ ਤਾਂ ਦੂਏ ਦਿਨ ਟੀਟਣੇ ਮਾਰਨ ਲੱਗ ਜਾਣਾ। ਟੇਢ ਕੌਮ ਇੱਕ ਵਾਰੀ ਮੱਛਰ ਜਾਵੇ ਫਿਰ ਕਾਬੂ ਨਹੀਂ ਆਉਂਦੀ ਹੈ। ਨਾਲੇ ਭੀਰੇ ਕਾ ਨਲਕਾ ਵਿਹੜੇ ਤੋਂ ਕਿੰਨੀ ਕੁ ਦੂਰ ਆ। ਕੁੜੀਆਂ ਬੁੜੀਆਂ ਬਹਾਨੇ ਨਾਲ ਢਿੱਡ ਹੌਲਾ ਕਰ ਲੈਂਦੀਆਂ ਨੇ। ਨਾਲੇ ਆਪਾਂ ਨੂੰ ਕੀ ਲੋੜ ਆ ਜੈਲਦਾਰਾਂ ਨਾਲ ਵੈਰ ਪਾਈਏ, ਉਹਨਾਂ ਦੀ ਚੌਧਰ ਖੋਈਏ। ਉਹ ਹਰ ਵਰੇ 10 ਮਣ ਕਣਕ ਕੁਟੀਆਂ ਨੂੰ ਦਿੰਦੇ ਆ। ਹੋਰ ਵੀ ਜਦੋਂ ਕਹੀਏ ਪੈਸਿਆਂ ਦੀ ਸੇਵਾ ਕਰਦੇ ਨੇ। ਇਹਨਾਂ ਤੋਂ ਲੈਣ ਨੂੰ ਕੀ ਆ। ਪੁੱਛਣ ਵਾਲਾ ਹੋਵੇ ਵਿਹੜੇ ਵਾਲਿਆਂ, ਜਿੰਨੇ ਪੈਸੇ ਤੇ ਜਿੰਨੇ ਪੈਸਿਆਂ ਦੀਆਂ ਦਿਹਾੜੀਆਂ ਕੁਟੀਆਂ ਦੀ ਸੇਵਾ ਚਲਾਈਆਂ, ਉਨੇ ਪੈਸਿਆਂ ਨਾਲ 50 ਨਲਕੇ ਲੱਗ ਜਾਂਦੇ। ਪਰ ਦੱਸਣਾ ਚੁੱਪ ਕਰ, ਕਿਤੇ ਵਕਤ ਆਉਣ ਤੇ ਗੱਲ ਹੋਊ। ਰਾਤ ਬਹੁਤ ਹੋ ਗਈ, ਹੁਣ ਸੌਂ ਜਾ। ਆਪੋ ਆਪਣੇ ਢਿੱਡ ਦਾ ਫਿਕਰ। ਮਹੀਨਾ ਹੀ ਹੋ ਚੱਲਿਆ, ਡਾਇਰੀ ਲਿਖਣ ਨੂੰ ਚਿੱਤ ਨਹੀਂ ਕੀਤਾ। ਦੀਪੀ ਨੇ ਵੀ ਕਈ ਵਾਰ ਕਿਹਾ, ਤੇਰਾ ਮੂੰਹ ਉਤਰਿਆ ਲੱਗਦਾ, ਕਿਹਦੇ ਨਾਲ ਝਗੜਾ ਹੋ ਗਿਆ। ਪਿੰਡ ਪਾਪਾ ਹੋਰੀ ਤਾਂ ਠੀਕ ਨੇ, ਕੀ ਪ੍ਰੋਬਲਮ ਹੈ, ਕੁਝ ਬੋਲ ਤਾਂ ਸਹੀ। ਪਰ ਮੇਰਾ ਬੋਲਣ ਨੂੰ ਚਿੱਤ ਨਹੀਂ ਸੀ ਕਰਦਾ। ਪਹਿਲੀ ਵਾਰ ਪਤਾ ਲੱਗਿਆ ਸੀ
ਕਿ ਢਿੱਡ ਭਰਨਾ ਤੇ ਪੜ੍ਹਨਾ ਕੋਈ ਐਵੇਂ ਦੇ ਕੰਮ ਨਹੀਂ। ਇਸ ਵਾਸਤੇ ਪੈਸਿਆਂ ਦਾ ਬਾਲਣ ਜ਼ਰੂਰੀ ਚਾਹੀਦਾ। ਲੱਕੜ ਦੀ ਕਿਸ਼ਤੀ ਤਾਂ ਬਿਨਾਂ ਚੱਪੂ ਮਾਰੇ ਕਿਸੇ ਨਾ ਕਿਸੇ ਪਾਸੇ ਤੁਰ ਹੀ ਜਾਂਦੀ ਹੈ, ਪਰ ਜ਼ਿੰਦਗੀ ਦੀ ਬੇੜੀ ਤਾਂ ਪੈਸਿਆਂ ਦੇ ਚੱਪੂ ਦੇ ਬਿਨਾਂ ਥਾਂ 'ਤੇ ਹੀ ਡੁੱਬੂ ਡੁੱਬੂ ਕਰਦੀ ਹੈ। ਕੀ ਕਰਾਂ? ਗਿਆਨੀ ਜੀ ਚਿੰਤਾ ਵਿੱਚ ਹਨ। ਕਹਿੰਦੇ ਪੁੱਤ ਕੁਟੀਆ ਦਾ ਕੰਮ ਠੱਪ ਗਿਆ, ਲੋਕ ਪੈਲਸਾਂ 'ਚ ਵਿਆਹ ਕਰਨ ਲੱਗ ਪਏ ਨੇ, ਉੱਥੇ ਹੀ ਪਾਠੀ ਆਨੰਦ ਕਰਾ ਦਿੰਦਾ। ਵੀ ਹੁਣ ਲੋਕ ਘਰਾਂ 'ਚ ਪਾਠ ਜ਼ਿਆਦਾ ਕਰਾਉਣ ਲੱਗ ਪਏ ਨੇ, ਕੁਟੀਏ 'ਚ ਘੱਟ ਹੀ ਵੜਦੇ ਨੇ। ਮੈਂ ਵੀ ਇਸ ਮਹੀਨੇ ਘਰੋਂ ਪੈਸੇ ਨਹੀਂ ਮੰਗਵਾਏ। ਮੈਸ ਲਈ 700 ਰੁਪਈਆ ਸੁਲੱਖਣ ਤੋਂ ਫੜ ਲਏ ਸੀ। ਧੋਬੀ ਹਾਕਰ ਕੰਟੀਨ ਵਾਲੇ ਨਾਲ ਉਧਾਰ ਕੀਤਾ। ਆਪਣਾ ਖਰਚਾ ਆਪ ਕੱਢਣ ਲਈ ਪਾਰਟ ਟਾਈਮ ਜੌਬ ਵਾਸਤੇ ਰੋਹਿਤ ਨੂੰ ਕਿਹਾ। ਅਜੇ ਤੀਕ ਗੱਲ ਨਹੀਂ ਬਣੀ, ਪਰ ਜਦੋਂ ਗਿਆਨੀ ਜੀ ਦਾ ਫੋਨ ਆਇਆ ਤਾਂ ਉਹ ਬੜੀ ਟੈਗ 'ਚ ਸਨ। ਕਹਿੰਦੇ ਨੇ ਬਈ ਦਰਸ਼ਨਾ, ਆਪਾਂ ਕਮਾਈ ਵਾਲਾ ਰਾਹ ਲੱਭ ਲਿਆ, ਟੇਢੀ ਉਂਗਲ ਨਾਲ ਮਾਇਆ ਇਕੱਠੀ ਕਰਨ ਦਾ। ਮੈਂ ਕੀਰਤਨੀ ਜੱਥਾ ਬਣਾ ਲਿਆ, ਨਾਂ ਵੀ ਰੱਖ ਦਿੱਤਾ ਗਿਆਨੀ ਜਗਤਾਰ ਜੀ ਕੁਟੀਆਂ ਵਾਲਿਆਂ ਦਾ ਕੀਰਤਨ ਜੱਥਾ। ਹੁਣ ਦੂਰ ਦੂਰ ਦੇ ਪਿੰਡਾਂ ਵਿੱਚ ਪਾਠ ਕਥਾ ਕੀਰਤਨ ਲਈ ਜਾਈਦਾ ਹੈ। ਉਹਨਾਂ ਨੇ ਮਹਾਰਾਜ ਦੀ ਸਵਾਰੀ ਲਈ ਇੱਕ ਸਪੈਸ਼ਲ ਮਰੂਤੀ ਵੈਨ ਤਿਆਰ ਕਰਵਾਈ ਹੈ। ਵੈਨ ਦੇ ਮਗਰਲੇ ਪਾਸਿਆਂ ਤੋਂ ਸੀਟਾਂ ਕਢਵਾ ਕੇ ਸਾਰੇ ਪਾਸੇ ਸੁੱਚੇ ਰੁਮਾਲੇ ਲਵਾ ਦਿੱਤੇ। ਸੜਕ ਸੁੱਚੀ ਕਰਨ ਵਾਸਤੇ ਛੱਤ 'ਤੇ ਪਾਣੀ ਵਾਲੀ ਟੈਂਕੀ ਜੜ ਦਿੱਤੀ। ਇੱਕ ਸਿੰਘ ਘੜਿਆਲ ਵਾਲਾ ਤੇ ਦੂਸਰਾ ਸੰਖ ਵਾਲਾ ਵਿੱਚ ਬਿਠਾਤਾ। ਕਹਿੰਦੇ ਕੰਮ ਬਹੁਤ ਵੱਧ ਗਿਆ। ਦੂਰ ਦਰਾਡੇ ਦੇ ਲੋਕ ਵੀ ਹੁਣ ਵੈਨ ਤੇ ਬਾਬਾ ਕਿਰਾਏ ਤੇ ਲੈ ਕੇ ਜਾਂਦੇ ਹਨ। ਲਿਜਾਣਾ ਸੌਖਾ ਜੂ ਸੀ। ਵੈਨ ਦਾ ਕਿਰਾਇਆ ਵੱਖਰਾ ਤੇ ਬਾਬਾ ਜੀ ਦਾ ਵੱਖਰਾ। ਮਹੀਨੇ 'ਚ 5 ਸਾਈਆਂ ਵੀ ਲੱਗ ਗਈਆਂ। 5-7 ਹਜ਼ਾਰ ਵੱਟ ਤੇ ਪਿਆ। ਗਿਆਨੀ ਜੀ ਨੇ ਆਪਣੀ ਖੁਸ਼ੀ ਦਾ ਰਾਜ ਸਾਂਝਾ ਕੀਤਾ। ਕਹਿੰਦੇ ਗੁਰਦਰਸ਼ਨ ਪੁੱਤਰ, ਮੈਂ ਇੱਕ ਹੋਰ ਸਕੀਮ ਕੱਢੀ ਆ, ਬਾਹਲੀਓ ਵਧੀਆ। ਐਡਵਾਂਸ ਅਖੰਡ ਪਾਠ ਕਰਨ ਦੀ। ਬਾਹਰਲੇ ਮੁਲਕੀ ਵਸਦੇ ਲੋਕਾਂ ਲਈ ਐਡਵਾਂਸ ਅਖੰਡ ਪਾਠ ਕਰ ਰੱਖੀ ਦੇ ਨੇ। ਜਦੋਂ ਅਗਲਾ ਕਹੂ ਉਸੇ ਦਿਨ ਦੀ ਅਰਦਾਸ ਕਰ ਦਿਆ ਕਰਾਂਗੇ। ਹੈਂ, ਹੋਰ ਸੁਣ, ਸਾਹਾ ਘਟੂ ਤਾਂ ਇਕੌਤਰੀ ਸ਼ੁਰੂ ਕਰ ਦਿਆਂਗੇ। ਮੈਂ ਸਾਰਾ ਹਿਸਾਬ ਲਾਈ ਬੈਠਾ, ਬਸ ਤੂੰ ਆ ਜਾ। ਮੁੰਡਿਆਂ ਨੂੰ 2-4 ਦਿਨਾਂ 'ਚ ਪਾਠ ਪੜ੍ਹਨਾ ਸਿਖਾ ਕੇ ਰੌਲ ਤੇ ਬਿਠਾ ਦੇਈਦਾ। ਸੰਗਤ ਦਾ ਹਿਸਾਬ ਰੱਖ ਕੇ ਕਿਵੇਂ 2 ਪੱਤਰਿਆਂ ਨੂੰ ਘੰਟੇ 'ਚ ਪੜ੍ਹਨਾ ਤੇ ਕਿਵੇਂ ਲੋੜ ਪੈਣ 'ਤੇ ਛੇਤੀ ਕੰਮ ਨਿਬੇੜਨਾ, ਸਭ ਕੁਝ ਸਮਝਾਤਾ। ਉਹ ਹੱਸਣ ਲੱਗ ਪਏ। ਢਿੱਡ ਭਰਿਆ ਹੋਵੇ ਤਾਂ ਹਾਸਾ ਆਉਂਦਾ, ਪਰ ਮੈਨੂੰ ਹਾਸਾ ਨਹੀਂ ਸੀ ਆਇਆ। ਮੈਂ ਰੋਹਿਤ ਨੂੰ ਸਵੇਰੇ ਹੀ ਜੌਬ ਲੱਭਣ ਵਾਸਤੇ ਕਹਾਂਗਾ, ਭਾਵੇਂ ਹਾਕਰ ਜਾਂ ਵੇਟਰ ਹੀ ਕਿਉਂ ਨਾ ਹੋਵੇ। ਮੈਂ ਆਪਣਾ ਢਿੱਡ ਆਪ ਭਰਾਂਗਾ। ਚੋਪੜੀਆਂ ਨਾ ਸਹੀ, ਰੁੱਖੀਆਂ ਹੀ ਸਹੀ। ਚਿਹਰਿਆਂ ਦੀ ਪੜ੍ਹਾਈ। ਭਾਵੇਂ ਹੁਣ ਛੁੱਟੀਆਂ 'ਚ ਬਚਪਨ ਵਾਲਾ ਲੁਫਤ ਤਾਂ ਨਹੀਂ ਆਉਂਦਾ, ਪਰ ਫਿਰ ਵੀ ਇੱਕ ਸਵਾਦ ਜ਼ਰੂਰ ਹੈ। ਇਹਨਾਂ ਛੁੱਟੀਆਂ ਨੂੰ ਮੈਂ ਇੱਕ ਵਿਸ਼ੇਸ਼ ਅੰਦਾਜ਼ ਵਿੱਚ ਬਿਤਾਉਣ ਦੀ ਸੋਚ ਕੇ ਆਇਆ ਹਾਂ। ਫਿਲਾਸਫੀ ਵਾਲੇ ਪ੍ਰੋਫੈਸਰ ਚਟਾਣਾ ਕਹਿੰਦੇ ਹੁੰਦੇ ਹਨ, ਲੋਕਾਂ ਦੇ ਚਿਹਰੇ ਪੜ੍ਹਨ ਨਾਲੋਂ ਸਵਾਦਲਾ ਕੰਮ ਕੋਈ ਨਹੀਂ। ਬਸ ਜਰਾ ਜਾਂਚ ਆ ਜਾਵੇ। ਆਪਣੇ ਆਪ ਤੁਰਿਆ ਫਿਰਦਾ ਹਰ ਆਦਮੀ ਕਲਾਕਾਰ ਹੈ। ਕਿਆ ਕਮਾਲ ਦੀਆਂ ਬਾਤਾਂ ਕਰਦੇ। ਕਦੇ ਕਦੇ ਸਰੂਰ 'ਚ ਆ ਜਾਂਦੇ ਨੇ। ਉਹ ਕਹਿੰਦੇ ਹਨ, ਜ਼ਿੰਦਗੀ ਵਿੱਚੋਂ ਡਾਇਲੌਗ ਕੱਢ ਦੇਵੋ ਤਾਂ ਇਹ ਬਿਨਾਂ ਫਰਾਂ ਵਾਲੇ ਪੱਖੇ ਵਰਗੀ ਹੋ ਜਾਵੇਗੀ। ਮੂਕ ਕਹਿੰਦੇ ਕਦੇ ਕੰਨਾਂ 'ਚ ਰੂੰ ਤੁੰਨ ਕੇ ਤੇ ਮੂੰਹ ਬੰਦ ਕਰਕੇ ਵੇਖੋ, ਗੱਲਾਂ ਦੇ ਬੋਝ ਨਾਲ ਢਿੱਡ ਦਾ ਪਟਾਕਾ ਪੈ ਜਾਊ। ਇੱਕ ਦਿਨ ਮੈਨੂੰ ਸ਼ਾਮ ਨੂੰ ਸੈਕਟਰ 17 ਲੈ ਗਏ। ਰਾਹ 'ਚ ਕੋਕ ਦੀ ਵੱਡੀ ਬੋਤਲ ਲੈ ਕੇ ਇੱਕ ਅਧੀਆ ਪਾ ਲਿਆ। ਮਾਰਕੀਟ ਦੇ ਬਰਾਂਡੇ 'ਚ ਬਹਿ ਕੇ ਅਸੀਂ ਕੋਕ ਪੀ ਗਏ ਤੇ ਲੰਘਦੇ ਡੱਪਦੇ ਲੋਕਾਂ ਵੱਲ ਵੇਖੀ ਗਏ। ਬਾਅਦ ਵਿੱਚ ਪ੍ਰੋਫੈਸਰ ਜਟਾਣਾ ਕਈ ਦਿਨ ਉੱਥੇ ਬਹਿ ਕੇ ਲੋਕਾਂ ਦੀਆਂ ਮਨਾਂ ਦੀਆਂ ਤਹਿਾਂ ਖੋਲ੍ਹਦੇ ਰਹੇ। ਅਖੇ ਹੱਥ ਫੜ ਤੁਰ ਰਹੇ ਨੇ ਕੋਲੋਂ ਕੋਲ। ਦਿਨਾਂ 'ਚ ਕੋਹਾਂ ਦੀ ਦੂਰੀ ਹੈ। ਬਹੁਤ ਗੱਲਾਂ ਕੀਤੀਆਂ ਉਹਨਾਂ। ਮੈਂ ਵੀ ਚਿਹਰੇ ਪੜ੍ਹਨ ਦਾ ਯਤਨ ਕਰ ਰਿਹਾ ਹਾਂ। ਹਫ਼ਤਾ ਕੁ ਬੀਤ ਗਿਆ। ਪਿੰਡ ਆਏ ਨੂੰ ਚੰਗਾ ਲੱਗਿਆ। ਗਿਆਨੀ ਜੀ ਦੀਆਂ ਕਈ ਗੱਲਾਂ ਬੜੀਆਂ ਸਵਾਦਲੀਆਂ ਹਨ। ਇੱਕ ਦਿਨ ਪਾਠ ਬੁੱਕ ਕਰਾਉਣ ਆਏ ਇੱਕ ਬੰਦੇ ਨੂੰ ਕਹਿਣ ਲੱਗੇ, ਬਾਈ ਜੀ ਤੁਸੀਂ ਸਾਡੀਆਂ ਰਹਿਤਾਂ ਤਾਂ ਵੇਖੋ। ਆਪਣੀ ਸਵਾਰੀ, ਆਪਣਾ ਸਪੀਕਰ, ਆਪਣੇ ਪਾਠੀ, ਆਪਣੇ ਰਾਗੀ, ਆਪਣਾ ਬਾਬਾ। ਬਸ ਸਿੰਘ ਸਾਹਿਬ ਜੀ ਤੁਸੀਂ ਤਾਂ ਆਏ ਗਏ ਨੂੰ ਹੀ ਸਾਂਭਣਾ।
ਬਾਕੀ ਪਕਾਈ ਸਭ ਸਾਡੀ। ਤੁਹਾਨੂੰ ਭੋਰਾ ਤਕਲੀਫ ਨਹੀਂ ਆਉਣ ਦਿੰਦੇ। ਤੁਸੀਂ ਮौज ਕਰੋ। ਆਪਦੀ ਗੱਡੀ ਤੇ ਆਪੇ ਲੈ ਜਾਵਾਂਗੇ, ਆਪੇ ਲਿਆਵਾਂਗੇ। ਪੂਰੇ ਟ੍ਰੇਨਡ ਪਾਠੀ ਆ ਮੇਰੇ ਕੋਲ, ਮੂੰਹ ਵਿੱਚੋਂ ਰਸ ਚੋਂਦਾ ਰਸ। ਕੀਰਤਨ ਵੀ ਅਸੀਂ ਆਪੇ ਕਰਾਂਗੇ। ਐਵੇਂ ਨਹੀਂ ਕਿਸੇ ਹੋਰ ਦੀਆਂ ਮਿਹਨਤਾਂ ਕਰਨ ਦੀ ਲੋੜ। ਹਾਂ ਭੇਟਾਂ ਬਸ 2000 ਤੇ ਬਾਕੀ ਜੋ ਚੜਾਵਾ ਹੋ ਜਾਵੇ। ਮਾਇਆ ਦਾ ਕੀ ਆ, ਇਹ ਤਾਂ ਸਹੁਰੀ ਹੱਥਾਂ ਦੀ ਮੈਲ ਆ। ਨਾਲੇ ਦਾਨ ਪੁੰਨ ਨਿਤ ਨਿਤ ਥੋੜ੍ਹਾ ਹੀ ਹੁੰਦਾ। ਵਾਹਿਗੁਰੂ ਵਾਹਿਗੁਰੂ। ਗਿਆਨੀ ਜੀ ਅੱਖਾਂ ਬੰਦ ਕਰਕੇ ਦੱਸੀ ਜਾਂਦੇ ਸਨ ਤੇ ਅਗਲੇ ਦੀਆਂ ਸੁਣ ਕੇ ਅੱਖਾਂ ਟੱਡੀਆਂ ਜਾਂਦੀ ਸਨ। ਇੱਕ ਵਾਰ ਗਿਆਨੀ ਜੀ ਨੇ ਸਵੇਗ ਸਿੰਘ ਮਝੈਲ ਮੂਹਰੇ ਇਹੀ ਫਾਰਮੂਲਾ ਖੋਲ੍ਹ ਦਿੱਤਾ। ਅੱਗੋਂ ਉਹ ਵੀ ਹੰਡਿਆ ਵਰਤਿਆ ਕਹਿੰਦਾ, ਵਾਹ ਓਏ ਭਾਊ, 2000 ਤੈਨੂੰ ਦੇ ਦੇਵਾਂਗੇ 14 ਦਿਨਾਂ ਲਈ। 500 ਦਾ ਬਾਬਾ ਮੁੰਨਣਾ ਲਿਆਂਦਾ ਜਾਊ, ਨਾਲੇ ਪੈਸੇ ਬਚਣਗੇ, ਨਾਲੇ ਘਰ ਦਾ ਸੰਦ ਬਣ ਜੂ। ਬਾਬਾ ਜੋਗਿੰਦਰ ਸਿੰਘ ਤੇ ਰੂਲੀਆ ਸਿੰਘ ਹੋਰੀ ਬਜ਼ੁਰਗ ਹੋ ਗਏ ਨੇ। ਉਹ ਮੇਰੇ ਕੋਲੋਂ ਚੰਡੀਗੜ੍ਹ ਦੇ ਲੋਕਾਂ ਦੀਆਂ ਬਹੁਤੀਆਂ ਗੱਲਾਂ ਪੁੱਛਦੇ ਰਹਿੰਦੇ ਨੇ। ਇੱਕ ਦਿਨ ਬਾਬਾ ਜੋਗਿੰਦਰ ਸਿੰਘ ਕਹਿਣ ਲੱਗਿਆ, ਭਾਈ ਦਰਸ਼ਨ ਸਿਆਂ, ਚੰਡੀਗੜ੍ਹ ਵੀ ਕੁਟੀਆ ਹੈਗੀ ਆ? ਮੈਂ ਕਿਹਾ, ਹਾਂ ਬਾਬਾ ਜੀ, ਹਰ ਸੈਕਟਰ 'ਚ ਗੁਰਦੁਆਰੇ ਨੇ। ਤੇ ਫਿਰ ਭਾਈ ਉੱਥੇ ਕੁੜੀਆਂ ਬੁੜੀਆਂ ਵੀ ਜਾਂਦੀਆਂ ਨੇ? ਹਾਂ ਬਾਬਾ ਜੀ, ਕੁੜੀਆਂ ਤਾਂ ਸਗੋਂ ਜ਼ਿਆਦਾ ਜਾਂਦੀਆਂ ਨੇ। ਅੱਛਾ, ਸੁੱਥਣਾ ਪਾ ਕੇ ਜਾਂਦੀਆਂ ਨੇ ਜਾਂ ਫਰਾਕਾਂ ਜੀਆਂ? ਜਿਵੇਂ ਸੂਤ ਆਉਂਦਾ ਗੁਰਦੁਆਰਾ ਜਾਣ ਲਈ ਕੋਈ ਵੱਖਰੇ ਕੱਪੜੇ ਥੋੜ੍ਹਾ ਪਾਉਣੇ ਹੁੰਦੇ ਆ। ਪਰ ਕਾਕਾ, ਤੂੰ ਕਦੇ ਫਰਾਕ ਪਾਈ ਕੁੜੀ ਨੂੰ ਮੱਥਾ ਟੇਕਦਾ ਦੇਖਿਆ? ਇੱਕ ਵਾਰ ਜਬਰੀ ਕੇ ਕੈਨੇਡੀਓਂ ਆਈ ਇੱਕ ਮੇਮ ਮੱਥਾ ਟੇਕਣ ਇੱਥੇ ਕੁਟੀਆ 'ਚ ਆ ਗਈ। ਗੋਡਿਆਂ ਤੋਂ ਉੱਚੀ ਉਸਦੇ ਫਰਾਕ ਜਿਹੀ ਪਾਈ ਸੀ। ਲੈ ਭਾਈ, ਉਹ ਜਦੋਂ ਮੱਥਾ ਟੇਕਣ ਲਈ ਕੋਡੀ ਹੋਈ ਤਾਂ ਮੰਡੀਰ ਨੇ ਤਾੜੀ ਚੁੱਕਤੀ। ਮਜਮੀ ਰਮਦਾਸੀਏ ਝਿਓਰ ਜੱਟ ਸਭ ਕੁਟੀਆ 'ਚ ਕੰਮ ਲਈ ਗੇੜੇ ਮਾਰਦੇ ਰਹਿੰਦੇ, ਰੁਜ਼ਗਾਰ ਦਫ਼ਤਰ ਵਾਂਗ। ਕਈ ਜਿਹੜੇ ਅਖਬਾਰ ਪੜ੍ਹਨ ਨਹੀਂ ਜਾਣਦੇ, ਕਥਾ ਕੀਰਤਨ ਕਮਾਲ ਦਾ ਕਰਦੇ ਨੇ। ਗੇਲੀ ਮਜਬੀ ਦਾ ਮੁੰਡਾ ਤਾਂ ਸੀਨੀਅਰ ਸੇਵਾਦਾਰ ਬਣਿਆ ਹੋਇਆ, ਬੜਾ ਹਰਫਨਮੌਲਾ ਮੁੰਡਾ। ਰੌਲ ਵੀ ਲਵਾ ਦਿੰਦਾ, ਵੈਨ ਵੀ ਚਲਾ ਲੈਂਦਾ ਤੇ ਸ਼ਹਿਰੋਂ ਰਸਦ ਪਾਣੀ ਵੀ ਲੈ ਆਉਂਦਾ। ਇਹਨਾਂ ਸਾਰਿਆਂ ਨਾਲ ਮੇਰਾ ਬੜਾ ਵਧੀਆ ਜੀਅ ਲੱਗਿਆ ਹੋਇਆ। ਨਹੀਂ ਤਾਂ ਯੂਨੀਵਰਸਿਟੀ ਤੋਂ ਆ ਕੇ ਮੇਰਾ ਪਿੰਡ ਰਹਿਣਾ ਔਖਾ ਹੋ ਜਾਂਦਾ। ਚੰਗਾ, ਚਿਹਰਿਆਂ ਦੀ ਬਾਕੀ ਕਹਾਣੀ ਫਿਰ ਸਹੀ। ਰਾਣੀ ਰੋਟੀ ਵਾਸਤੇ ਆਵਾਜ਼ਾਂ ਮਾਰੀ ਜਾਂਦੀ ਆ, ਨਾ ਗਿਆ ਤਾਂ ਖੇਤ, ਡੇਰਾ ਤੇ ਪੱਠਾ। ਮੈਨੂੰ ਪਹਿਲੀ ਵਾਰ ਜੱਟ ਦੀ ਟੌਰ ਦਾ ਅਹਿਸਾਸ ਉਸ ਦਿਨ ਹੋਇਆ ਸੀ ਜਦੋਂ ਗਿਆਨੀ ਜੀ ਨੇ ਦੱਸਿਆ ਕਿ ਉਹਨਾਂ ਤੋਤੀ ਨੰਬਰਦਾਰ ਕੋਲੋਂ 4 ਕਿੱਲੇ ਪੈਲੀ ਖਰੀਦ ਲਈ ਹੈ। ਮੈਂ ਜ਼ਮੀਨ ਦਾ ਮਾਲਕ ਬਣ ਗਿਆ ਸੀ। 4 ਮਰਲੇ ਦੇ ਘਰ 'ਚੋਂ 4 ਕਿੱਲਿਆਂ ਤੱਕ ਦੀ ਛਾਲ। ਮੈਂ ਉੱਥੇ ਖੁੱਲ੍ਹਾ ਵੱਡਾ ਘਰ ਬਣਾਉਂਗਾ। ਮੋਟਰ ਲੱਗੀ ਹੋਊ, ਮੱਝਾਂ, ਬਲਦ, ਘੋੜੇ, ਕੁੱਤੇ, ਕੁੱਕੜੀਆਂ, ਕਬੂਤਰ, ਸਭ ਤਰ੍ਹਾਂ ਦੇ ਜਨੌਰ ਰੱਖੂੰ। ਬੋੜ, ਪਿੱਪਲ, ਟਾਹਲੀ, ਸਹਿਤੂਤ, ਜਾਮਣ, ਅਮਰੂਦ, ਅੰਬ, ਬੇਰੀ, ਹਰ ਤਰ੍ਹਾਂ ਦਾ ਦਰਖਤ ਲਾਊਂ। ਗੁਲਾਬ, ਗੇਂਦਾ, ਚਮੇਲੀ, ਕਚਨਾਰ ਦੇ ਫੁੱਲ, ਤਾਜ਼ੀਆਂ ਮੂਲੀਆਂ, ਗਾਜਰਾਂ, ਸ਼ਲਗਮ, ਸਰੋਂ ਦੇ ਫੁੱਲ, ਕੱਦੂਆਂ, ਤੋਰੀਆਂ ਦੀਆਂ ਵੇਲਾਂ, ਗੰਢੇ, ਧਨੀਏ ਦੀ ਮਹਿਕ। ਮੈਂ ਮਿੰਟਾਂ 'ਚ ਹੀ ਬਹੁਤ ਕੁਝ ਸੋਚ ਲਿਆ। ਸ਼ਾਇਦ ਅੰਦਰ ਕਿਤੇ ਪਹਿਲਾਂ ਦਾ ਹੀ ਇਹ ਸਭ ਕੁਝ ਕਲਪਿਆ ਹੋਇਆ ਸੀ। ਆਪਣੀ ਜ਼ਮੀਨ ਤੇ ਆਪਣੀਆਂ ਸੋਚਾਂ ਦਾ ਹਲ ਚਲਾਉਣ ਦਾ ਸੁੱਖ ਪਹਿਲੀ ਵਾਰ ਮਹਿਸੂਸ ਹੋਇਆ ਸੀ। ਤਦੇ ਗਿਆਨੀ ਜੀ ਕਹਿਣ ਲੱਗੇ, ਟਾਈਮ ਦਾ ਕੀ ਪਤਾ ਹੁੰਦਾ ਭਾਈ, ਕੱਲ੍ਹ ਨੂੰ ਪਿੰਡ ਵਾਲੇ ਵਿਚਰ ਜਾਣ ਤਾਂ। ਜੱਟ ਬੂਟਾਂ ਦਾ ਕੀ, ਤਬਾਰ ਆ। ਆਪਣਾ ਸੰਦ ਬਣ ਜਾਵੇ, ਉਸ ਨਾਲ ਦੀ ਰੀਸ ਨਹੀਂ। ਅਗਲੇ ਸਾਲ ਤੋਂ ਪੈਲੀ 'ਚ ਆਪਦਾ ਡੇਰਾ ਬਣਾ ਕੇ ਕੌਂਤਰੀ ਉੱਥੇ ਹੀ ਆਰੰਭ ਕਰਾਂਗੇ। ਕਮਾਈ ਵਾਧੂ। ਜਿਵੇਂ ਮੈਂ ਸੁਪਨੇ ਤੋਂ ਜਾਗਿਆ ਹੋਵਾਂ, ਮੇਰੇ ਦਿਮਾਗ 'ਚ ਚੱਕਰੀ ਚੱਲਣ ਲੱਗੀ। ਹੈਂ, ਅਗਲੇ ਸਾਲ ਭੱਠਾ ਚਾਲੂ ਹੋ ਜੂ, ਇੱਟਾਂ ਪਕਾਇਆ ਕਰਾਂਗੇ। ਮੇਰੇ ਜਾਨਵਰ, ਪੰਛੀ, ਦਰਖਤ। ਨਹੀਂ, ਮੈਂ ਇੱਦਾਂ ਹੀ ਠੀਕ ਹਾਂ। ਮੈਂ ਜੱਟ ਨਹੀਂ ਬਣਨਾ। ਮੈਂ ਦੇਖ ਰਿਹਾ ਸੀ ਮੇਰਾ ਖੇਤ, ਖੇਤਾਂ ਤੋਂ ਡੇਰਾ ਅਤੇ ਫਿਰ ਡੇਰੇ ਤੋਂ ਭੱਠਾ ਬਣ ਗਿਆ ਸੀ। ਰੁਪਈਏ ਕਮਾਉਣ ਵਾਲੀ ਮਸ਼ੀਨ। ਗਿਆਨੀ ਜੀ ਨੇ ਪਟਿਆਲੇ ਦੇ ਇੱਕ ਏਜੰਟ ਨਾਲ ਮੈਨੂੰ ਕੈਨੇਡਾ ਭੇਜਣ ਵਾਸਤੇ ਗੱਲ ਕੀਤੀ ਹੋਈ ਹੈ। ਏਜੰਟ ਨੇ 25 ਲੱਖ ਰੁਪਈਆ ਮੰਗਿਆ। 5 ਲੱਖ ਪਹਿਲਾਂ, ਬਾਕੀ ਬਾਅਦ 'ਚ। ਗਿਆਨੀ ਜੀ ਦਾ ਫੋਨ ਆਇਆ, ਕਹਿੰਦੇ ਪੈਸਿਆਂ ਦਾ ਪ੍ਰਬੰਧ ਹੋ ਗਿਆ, ਤੂੰ ਉਡਾਰੀ ਮਾਰਨ ਦੀ ਤਿਆਰੀ ਕਰ।
ਪਰ ਉਡਾਰੀ ਮਾਰ ਗਏ ਗਿਆਨੀ ਜੀ। ਸ਼ਾਮੀ ਜਿਹੇ ਮੈਨੂੰ ਸੁਨੇਹਾ ਮਿਲਿਆ ਸੀ ਕਿ ਗਿਆਨੀ ਜੀ ਹਸਪਤਾਲ ਦਾਖਲ ਹਨ, ਹਾਰਟ ਦਾ ਦੌਰਾ ਪਿਆ। ਸੁਣ ਕੇ ਮੈਂ ਸੁੰਨ ਹੋ ਗਿਆ ਸੀ। ਮੇਰਾ ਅੰਦਰ ਖਾਲੀ ਹੋ ਗਿਆ ਸੀ। ਕੀ ਕਰਾਂ, ਕਿੱਥੇ ਜਾਵਾਂ? ਜਾਪਦਾ ਸੀ ਜਿਵੇਂ ਮੁੱਠੀਆਂ ਵਿੱਚ ਭਰਿਆ ਕੁਝ ਗਿਰਦਾ ਜਾਂਦਾ ਹੋਵੇ। ਦਿਲ ਕਾਲਾ ਪੈਂਦਾ ਜਾਂਦਾ ਸੀ। ਬਸ ਅੱਡੇ ਵੱਲ ਜਾਣ ਦੀ ਥਾਂ ਜੀ ਕਰਦਾ ਸੀ ਭੱਜ ਕੇ ਗਿਆਨੀ ਜੀ ਕੋਲ ਪਹੁੰਚ ਜਾਵਾਂ। ਟੈਕਸੀ ਲੈ ਕੇ ਮੈਂ ਤੇ ਸੁਧੀਰ ਪਿੰਡ ਨੂੰ ਚੱਲ ਪਏ। ਸੜਕ ਉੱਪਰ ਆਉਂਦੇ ਪਿੰਡ, ਚੌਂਕ, ਢਾਬੇ, ਫੈਕਟਰੀਆਂ, ਫਾਟਕ, ਮੋੜ ਘੋੜ ਮੈਂ ਇੱਕ ਇੱਕ ਕਰਕੇ ਘਟਾਉਂਦਾ ਗਿਆ। ਕਦੇ ਕਾਰ ਦਾ ਮੀਟਰ ਦੇਖਦਾ, ਕਦੇ ਸੜਕ ਦੇ ਕਿਲੋਮੀਟਰ। ਸੰਗ ਤੋਂ ਥੱਲੇ ਮੈਂ ਕਈ ਵਾਰ ਰੋਇਆ। ਢਿੱਡ ਵਿੱਚੋਂ ਰੁੱਗ ਭਰਿਆ ਜਾਂਦਾ ਸੀ। ਅਸੀਂ ਸਿੱਧੇ ਹਸਪਤਾਲ ਗਏ। ਗਿਆਨੀ ਜੀ ICU ਵਿੱਚ ਸਨ। ਮੈਂ ਉਹਨਾਂ ਦੇ ਗਲ ਲੱਗ ਕੇ ਬਹੁਤ ਰੋਇਆ। ਮੇਰੇ ਅੰਦਰਲਾ ਬੰਨ ਟੁੱਟ ਗਿਆ। ਪਰ ਗਿਆਨੀ ਜੀ ਨਾ ਮੁਸਕਰਾਏ, ਨਾ ਉੱਠੇ, ਨਾ ਮਾਲਾ ਫੇਰੀ ਤੇ ਨਾ ਹੀ ਦਾੜੀ ਤੇ ਹੱਥ ਫੇਰਦਿਆਂ ਕੁਝ ਬੋਲੇ। ਉਹਨਾਂ ਦੀ ਚੁੱਪ ਮੈਨੂੰ ਪਾਗਲ ਕਰ ਰਹੀ ਸੀ। ਮੇਰਾ ਬਾਪੂ ਤੁਰ ਗਿਆ ਸੀ। ਹੁਣ ਮੇਰਾ ਕੌਣ ਸੀ ਇਸ ਦੁਨੀਆ 'ਚ? ਸਭ ਪਾਸੇ ਹਨੇਰ, ਖਾਲੀ ਖਾਲੀ, ਸੁੰਨਮਸਾਨ। ਨਹੀਂ, ਮੈਂ ਕਿਹਦੇ ਆਸਰੇ ਦਿਨ ਕੱਟਾਂਗਾ? ਜ਼ਿੰਦਗੀ ਹਾਥ ਮੇਂ ਪੱਥਰ लिए ਫਿਰਤੀ ਹੈ। ਰਾਣੀ ਗਿਆਨੀ ਦੇ ਭੋਗ ਤੇ ਆਈ ਸੀ। ਬਹੁਤ ਦੁਖੀ ਸੀ। ਸਾਰਾ ਦਿਨ ਰੋਂਦੀ ਰਹੀ। ਭੋਗ ਦੇ ਦੂਸਰੇ ਦਿਨ ਉਹਨੇ ਵਾਪਸ ਜਾਣਾ ਸੀ। ਉਸਦੇ ਮਾਮਾ ਜੀ ਨੇ ਉਸ ਲਈ ਮੁੰਡਾ ਦੇਖ ਰੱਖਿਆ ਸੀ। 2 ਕੁ ਹਫ਼ਤਿਆਂ ਤੱਕ ਵਿਆਹ ਬੱਝਾ ਸੀ। ਉਹ ਮੈਨੂੰ ਵਾਰ-ਵਾਰ ਕਹਿ ਰਹੀ ਸੀ, ਦਰਸ਼ੀ ਤੂੰ ਜ਼ਰੂਰ ਆਈ, ਨਹੀਂ ਤਾਂ ਮੈਂ ਡੋਲੀ ਨਹੀਂ ਚੜ੍ਹਨਾ। ਬਾਪੂ ਜੀ ਹੁੰਦੇ ਤਾਂ ਉਸਦੇ ਨਾਂ ਤੇ ਬੈਂਕ 'ਚ ਜਮ੍ਹਾਂ ਕਰਵਾਏ 50,000 ਰੁਪਏ ਕਢਵਾ ਕੇ ਉਸ ਨੂੰ ਦੇਣੇ ਸਨ। ਮੈਂ ਉਸ ਨੂੰ ਨਾਲ ਲੈ ਕੇ ਬੈਂਕ ਗਿਆ। ਪਰ ਉਸ ਵੇਲੇ ਮੈਂ ਸੁੰਨ ਹੋ ਗਿਆ ਸੀ ਜਦੋਂ ਬੈਂਕ ਕਲਰਕ ਨੇ ਮੇਰੇ ਵੱਲ ਕੋੜ ਕੇ ਝਾਕਦਾ ਕਿਹਾ, ਮਿਸਟਰ ਰਾਣੀ ਦੇ ਖਾਤੇ 'ਚ 50,000 ਨਹੀਂ, ਸਿਰਫ 500 ਰੁਪਏ ਨੇ। ਕਲਰਕ ਕਦੇ ਕਾਪੀ ਉੱਪਰ 5 ਤੋਂ ਵੱਧ ਲੱਗੀਆਂ ਸਿਫਰਾਂ ਦੀ ਸਿਆਹੀ ਮਿਲਾਉਂਦਾ, ਕਦੇ ਬੈਂਕ ਦੇ ਰਜਿਸਟਰ ਵੱਲ ਵੇਖਦਾ ਤੇ ਕਦੇ ਮੂੰਹ ਵੱਲ। ਪੈਸੇ ਕਢਾਉਣ ਵਾਲਾ ਲਾਲ ਰੰਗ ਦਾ ਫਾਰਮ ਉਸਦੇ ਹੱਥ 'ਚ ਕੰਬ ਰਿਹਾ ਸੀ। ਨਾਲ ਹੀ ਕੰਬ ਰਹੀ ਸੀ ਫਾਰਮ ਉੱਪਰ ਭਰੀ 50,000 ਰੁਪਏ ਦੀ ਰਕਮ ਤੇ ਮੇਰੇ ਨਾਲ ਖੜੀ ਰਾਣੀ। ਸਰਦਾਰ ਜੀ, ਸਿਫਰਾਂ ਪਾਉਣ ਨਾਲ ਪੈਸੇ ਨਹੀਂ ਮਿਲਦੇ, ਜਮ੍ਹਾਂ ਕਰਾਉਣੇ ਪੈਂਦੇ ਨੇ। ਦਿਨ ਦਿਹਾੜੇ ਠੱਗੀਆਂ ਮਾਰਨ ਨੂੰ ਫਿਰਦੇ ਹੋ। ਤੇਰੇ ਬਾਪ ਦੀ ਸ਼ਰਮ ਮਾਰਦੀ ਆ, ਨਹੀਂ ਤਾਂ ਹੁਣ ਨੂੰ ਪੁਲਿਸ ਹਵਾਲੇ ਕੀਤਾ ਹੁੰਦਾ। ਕਲਰਕ ਨੇ ਮੂੰਹੋਂ ਝੱਗ ਸਿੱਟਦਿਆਂ ਕਾਪੀ ਉੱਪਰ ਕਾਟਾ ਮਾਰ ਕੇ ਸਾਡੇ ਵੱਲ ਵਗਾ ਮਾਰੀ। ਮੇਰੇ ਨਾਲ ਖੜੀ ਰਾਣੀ ਨੇ ਇੱਕ ਵਾਰ ਅੱਖਾਂ ਚੁੱਕ ਕੇ ਮੇਰੇ ਵੱਲ ਦੇਖਿਆ। ਕੋਈ ਨਾ ਰਾਣੀ, ਤੈਨੂੰ ਪੈਸੇ ਮੈਂ ਦੇ ਦੂੰਗਾ ਆਪਣੇ ਕੋਲੋਂ, ਤੂੰ ਫਿਕਰ ਨਾ ਕਰ। ਮੈਂ ਥਤਲਾ ਹੋ ਕੇ ਬੋਲ ਰਿਹਾ ਸੀ, ਚੋਰਾਂ ਵਾਂਗੂ। ਉਸਨੇ ਹੈਰਾਨੀ, ਦੁੱਖ ਤੇ ਭੈ ਨਾਲ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਿਆ। ਫਿਰ ਗੁੱਟ ਤੇ ਬੰਨਿਆ ਆਪਣੇ ਵਿਆਹ ਵਾਲਾ ਗਾਨਾ ਤੋੜ ਦਿੱਤਾ ਤੇ ਅੱਖਾਂ ਨੀਵੀਆਂ ਕਰਕੇ ਪੈਰ ਘੜੀਸਦੀ ਇਕੱਲੀ ਬੈਂਕ 'ਚੋਂ ਬਾਹਰ ਨਿਕਲ ਗਈ। ਪਿੰਡ ਆ ਕੇ ਘਰ ਵੜਦਿਆਂ ਮੇਰਾ ਰੋਣ ਨਿਕਲ ਗਿਆ। ਮੈਂ ਭੁੱਬਾ ਮਾਰ ਕੇ ਰੋਣ ਲੱਗਿਆ, ਆਪਣੇ ਵਾਲ ਪੁੱਟਣ ਲੱਗਿਆ। ਬਾਰੀ 'ਚ ਪਏ ਸੁੱਚੇ ਰੁਮਾਲੇ 'ਚ ਬੰਨੀ ਨੋਟਾਂ ਦੀ ਪੰਡ ਮੈਂ ਵਿਹੜੇ ਵਿੱਚ ਰੱਖ ਕੇ ਅੱਗ ਲਾ ਦਿੱਤੀ। ਮੂੰਹ ਦਾ ਸਵਾਦ ਜ਼ਹਿਰ ਵਰਗਾ ਹੋ ਗਿਆ। ਮੂੰਹੋਂ ਥੁੱਕ ਡਿੱਗਣ ਲੱਗ ਪਿਆ। ਅਲਵਿਦਾ ਜ਼ਿੰਦਗੀ। ਕਈ ਦਿਨੀ ਉਡੀਕਦੇ ਨੂੰ ਹੋ ਗਏ। ਰਾਣੀ ਪਿੰਡ ਨਹੀਂ ਆਈ। ਮੈਂ ਰਾਣੀ ਦੇ ਮਾਮੇ ਨੂੰ ਫੋਨ ਕਰਕੇ ਪਤਾ ਕੀਤਾ, ਉੱਥੇ ਵੀ ਨਹੀਂ ਸੀ। ਸਗੋਂ ਮਾਮਾ ਗੁੱਸੇ ਵਿੱਚ ਸੀ, ਕਹਿੰਦਾ ਹੁਣ ਉਹਨੇ ਇੱਥੇ ਕੀ ਧੱਕੇ ਖਾਣਾ ਹੋਣਾ। ਮੈਂ ਉਹਨੂੰ ਪਹਿਲਾਂ ਕਿਹਾ ਕਿ ਕਿਸੇ ਦਾ ਐਤਬਾਰ ਕੀ ਆ, ਤੂੰ ਗਿਆਨੀ ਕੋਲੋਂ ਆਪਣੇ ਪੈਸੇ ਫੜ ਲਿਆ। ਪਰ ਉਹਨੇ ਮੇਰੀ ਇੱਕ ਨਹੀਂ ਸੁਣੀ। ਅਗੇ ਪੈਸੇ ਤਾਂ ਬੈਂਕ 'ਚ ਪਏ ਨੇ, ਜਦੋਂ ਲੋੜ ਹੋਈ ਲੈ ਆਉਂਗੀ। ਬਾਪੂ ਜੀ ਕੋਲੋਂ ਵੀ ਜਿੰਨੇ ਮਰਜ਼ੀ ਪੈਸੇ ਲੈ ਲਾਂ, ਦਰਸ਼ਨ ਵੀਰਾ ਮੇਰੇ ਵਿਆਹ ਤੇ ਵਾਧੂ ਪੈਸੇ ਖਰਚੂ। ਹੁਣ ਲੈ ਲਿਆ ਸਵਾਦ। ਮੇਰੀ ਤਾਂ ਅੱਗ ਨਹੀਂ ਰੋਟੀ ਪੂਰੀ ਪੈਂਦੀ। ਮੈਂ ਕਿੱਥੋਂ ਇਹਦਾ ਡੋਲਾ ਤੋੜ ਦੂੰ। ਮੇਰੇ ਕਿੰਨੀ ਤਾਂ ਇਹ ਕਿਤੇ ਮਰੇ ਖਪੇ। ਭਾਵੇਂ ਤੂੰ ਘਰੇ ਰੱਖ ਲੈ ਤੇ ਭਾਵੇਂ ਕੋਈ ਹੋਰ ਰੱਖ ਲਵੇ, ਮੇਰੇ ਕੰਨੀ ਤਾਂ ਉਹ ਚੂੜੀ ਹੋ ਗਈ। ਹਾਂ, ਤੂੰ ਮੇਰੇ ਨਾਲ ਮੁੜ ਗੱਲ ਨਾ ਕਰੀ, ਨਹੀਂ ਤਾਂ ਮੇਰੇ ਤੋਂ ਬੁਰਾ ਹੋਰ ਕੋਈ ਨਹੀਂ ਹੋਣਾ। ਦੀਪੋ ਮਾਸੀ ਮੇਰੇ ਕੋਲ ਬੈਠੀ ਰੋਈ ਜਾਂਦੀ ਸੀ, ਕਹਿੰਦੀ ਪਤਾ ਨਹੀਂ ਰਾਣੀ ਕਿੱਥੇ ਰੁਲਦੀ ਫਿਰਦੀ ਹੋਊ। ਜਵਾਨ ਧੀਆਂ ਨੂੰ 7 ਜਿੰਦਿਆਂ 'ਚ ਇੱਲ ਬਲਾਵਾਂ ਪੈ ਜਾਂਦੀਆਂ ਨੇ। ਉਹ ਤਾਂ ਕੱਲਮ ਕੱਲੀ ਆ। ਕਮਲੀ ਕਿਤੇ ਕੋਈ ਖੂਹਾ ਤਾਂ ਹੀ ਨਾ ਗੰਦਾ ਕਰ ਦੇਵੇ। ਰਾਣੀ ਲਈ ਵਿਆਹ, ਖੁਸ਼ੀਆਂ, ਜ਼ਿੰਦਗੀ ਦੇ ਚਾਅ, ਸੁਪਨੇ ਸਭ ਕੁਝ ਮਿੱਟੀ ਹੋ ਗਿਆ ਸੀ। ਮੈਂ ਕੁਟੀਆ ਛੱਡ ਦਿੱਤੀ।
ਕਾਲੀ ਡੈਰੀ ਨਾਲ ਲੈ ਕੇ ਅੱਧੀ ਰਾਤ ਨੂੰ ਲੀਹਾਂ ਵੱਲ ਤੁਰ ਪਿਆ। ਅੱਗੋਂ ਆਉਂਦੇ ਬਿੰਦਰ ਨੇ ਮੈਨੂੰ ਰੋਕ ਲਿਆ, ਖਿੱਚ ਕੇ ਆਪਣੀ ਗੱਡੀ 'ਚ ਬਿਠਾ ਮੋਟਰ ਤੇ ਲੈ ਆਇਆ। ਮੁੜ ਮੈਂ ਪਿੰਡ ਨਹੀਂ ਗਿਆ। ਪਤਾ ਨਹੀਂ ਕਿੰਨੇ ਕੁ ਦਿਨ ਲੰਘ ਗਏ। ਮੈਂ ਕਦੇ ਯੂਨੀਵਰਸਿਟੀ ਬਾਰੇ ਸੋਚਦਾ। ਪਿੰਡ ਵਿੱਚ ਤਾਂ ਮੈਨੂੰ ਕੋਈ ਬੁਲਾਉਂਦਾ ਹੀ ਨਹੀਂ। ਲੋਕ ਕਹਿੰਦੇ ਦਾਨ ਪਾਪੀ ਨੂੰ ਪੁੰਨ ਦੀ ਕਮਾਈ ਫਲਦੀ ਨਹੀਂ। ਕੋਈ ਕਹਿੰਦਾ ਕੁੱਤੇ ਨੂੰ ਘਿਓ ਨਹੀਂ ਮਾਫਕ। ਕੋਈ ਪਾਗਲ ਦੱਸਦਾ, ਕੋਈ ਕਹਿੰਦਾ ਪੌਣ ਆਉਂਦੀ ਆ। ਪਰ ਲੋਕ ਗਿਆਨੀ ਜਗਤਾਰ ਸਿੰਘ ਨੂੰ ਬਹੁਤ ਯਾਦ ਕਰਦੇ ਨੇ। ਉਸ ਦੇ ਕੰਮਾਂ ਦੀ ਸਲਾਹੁਤਾ ਕਰਦੇ ਨੇ। ਮੇਰੇ ਅੰਦਰੋਂ ਕਦੇ ਭੁੱਬਾਂ ਨਿਕਲਦੀਆਂ ਨੇ, ਕਦੇ ਆਹਾਂ। ਡਾਕਟਰ ਬਾਂਸਲ ਨੇ ਦਰਸ਼ਨ ਨੂੰ ਸਮੂਹਿਕ ਨੀਂਦ 'ਚ ਲੈ ਆਂਦਾ। ਉਹ ਬੋਲਣ ਲੱਗਿਆ। ਉਹ ਫਿਰ ਧੁੰਦਲਾ ਧੁੰਦਲਾ ਦਿਖਾਈ ਦੇਣ ਲੱਗਿਆ। ਉਸ ਦੇ ਸੱਜੇ ਹੱਥ ਦੀ ਪਹਿਲੀ ਉਂਗਲ ਸਿੱਧੀ ਖੜੀ ਹੈ। ਛਣਨ ਛਣਨ ਦੀਆਂ ਆਵਾਜ਼ਾਂ ਆ ਰਹੀਆਂ ਨੇ। ਉਹ ਵੇਖ, ਇੱਕ ਤਲਵਾਰ ਹਵਾ 'ਚ ਤੈਰਦੀ ਆਈ ਜਾਂਦੀ ਆ। ਛਪਾਕ, ਹਾਂ ਹਾਂ। ਉਂਗਲੀ ਉਹ ਪਈ ਆ ਜ਼ਮੀਨ ਤੇ, ਕਿਰਲੇ ਦੀ ਪੂੰਛ ਵਾਂਗੂ ਛੜੱਪੇ ਮਾਰਦੀ। ਵੇਖ ਹੁਣ ਕਿਵੇਂ ਭੁੜਕ ਭੁੜਕ ਕਰਦੀ ਆ। ਪਹਿਲਾਂ ਤਾਂ ਬੜੀ ਆਕੜੀ ਖੜੀ ਸੀ। ਹੈਂ, ਆਹ ਕੀ? ਥੱਲੇ ਖੂਨ ਦੀਆਂ ਅਨੇਕਾਂ ਸਿਫਰਾਂ ਬਣੀ ਜਾਂਦੀਆਂ ਨੇ। ਰਾਣੀ ਅੱਖਾਂ ਨੀਵੀਆਂ ਕਰੀ ਇਹਨਾਂ ਸਿਫਰਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਮੀਲਾਂ ਤੱਕ ਬੈਠੇ ਲੋਕਾਂ ਵਿੱਚੋਂ ਮੈਂ ਖੜਾ ਹੋ ਜਾਂਦਾ ਹਾਂ। ਮੇਰੇ ਕਾਲਜੇ 'ਚ ਖੋਹ ਪੈ ਜਾਂਦੀ ਹੈ, ਜਿਵੇਂ ਗਿਆਨੀ ਜੀ ਦੇ ਹਾਰਟ ਫੇਲ ਹੋਣ ਦਾ ਸੁਣ ਕੇ ਪਈ ਸੀ। ਨਹੀਂ, ਮੈਂ ਬੋਲਣਾ ਨਹੀਂ, ਨਾ ਗਾਲਾਂ ਕੱਢਣੀਆਂ, ਨਾ ਰੌਲਾ ਪਾਉਣਾ, ਸਿਰਫ ਗੀਤ ਗਾਉਣਾ। ਸੋਹਣੇ ਚੰਦ ਦੇ ਪਿੰਡੇ ਤੇ ਕਾਲੇ ਦਾਗ ਨੇ ਕਿਸ ਪਾਏ, ਭੈੜਾਂ ਨੂੰ ਕੋਈ ਨਾ ਪੁੱਛੇ। ਚੰਦ ਹੀ ਕਿਉਂ ਦਾਗੀ ਅਖਵਾਏ, ਚੰਦ ਹੀ ਕਿਉਂ ਦਾਗੀ ਅਖਵਾਏ। ਹੋ। ਮੈਂ ਦੱਸੂੰ ਚੰਦ ਨੂੰ ਦਾਗੀ ਕਰਨ ਵਾਲੇ ਕੌਣ ਨੇ? ਡਾਕਟਰ ਬਾਂਸਲ ਨੇ ਬੈੱਡ ਫਾਈਲ ਵਿੱਚ ਕੁਝ ਨੋਟ ਕੀਤਾ। ਦਰਸ਼ਨ ਫਿਰ ਬੋਲਿਆ, ਮੈਨੂੰ ਸਭ ਪਤਾ ਹੈ। ਮੈਂ ਕੋਈ ਕਮਲਾ ਨਹੀਂ। ਬਿੰਦਰ ਅਤੇ ਥਾਣੇਦਾਰ ਮੈਨੂੰ ਮੋਟਰ 'ਤੇ ਸੱਦ ਕੇ ਦਾਰੂ ਪਿਆਉਂਦੇ ਨੇ। ਇੱਕ ਦਿਨ ਮੇਰੇ ਕੋਲੋਂ ਕਈ ਕਾਗਜ਼ਾਂ ਸਟਾਮਾਂ 'ਤੇ ਦਸਤਖਤ ਕਰਵਾਏ। ਇਕਰਾਰਨਾਮੇ, ਪਰਨੋਟ, ਗਹਿਣੇ, ਬੈ, ਵਸੀਅਤ, ਕਈ ਕੁਝ। ਉਹ ਮੈਨੂੰ ਸ਼ਰਾਬ ਪਿਆਈ ਗਏ, ਦਸਤਖਤ ਕਰਵਾਈ ਗਏ। ਮੈਂ ਕਰੀ ਗਿਆ। ਸਾਲੇ ਪਾਗਲ ਸੋਚਦੇ ਹੋਣੇ ਆ ਬਈ ਦਸਨ ਸ਼ਰਾਬੀ ਹੋਇਆ ਕਰਾ ਲਊ। ਸਹੁਰਾ ਤੁਹਾਨੂੰ ਕੀ ਪਤਾ, ਮੈਂ ਜਿੰਨੇ ਦਸਤਖਤ ਕਰਦਾ ਮੇਰੇ ਆਲੇ ਦੁਆਲੇ ਤੈਰਦੀਆਂ ਉਨੀਆਂ ਸਿਫਰਾਂ ਘਟਦੀਆਂ ਨੇ। ਮੈਨੂੰ ਸਾਹ ਸੌਖਾ ਆ ਗਿਆ। ਪਰ ਹੁਣ ਮੈਂ ਰਾਣੀ ਬਿੰਦਰ ਦੇ ਨਾਂ ਨਹੀਂ ਕਰ ਸਕਦਾ। ਰਾਣੀ ਮੇਰੀ ਆ, ਸਿਰਫ ਮੇਰੀ। ਇਸ ਚੰਦ ਨੂੰ ਕੋਈ ਦਾਗੀ ਨਹੀਂ ਕਰ ਸਕਦਾ। ਕੋਲ ਬੈਠੀ ਰਾਣੀ ਸਿੱਲੀਆਂ ਅੱਖਾਂ ਨਾਲ ਉਸ ਦੇ ਕੇਸਾਂ 'ਚ ਹੱਥ ਫੇਰ ਰਹੀ ਸੀ। ਦਰਸ਼ਨ ਨੂੰ ਹਸਪਤਾਲ 'ਚ ਦਾਖਲ ਹੋਇਆ 10ਵਾਂ ਦਿਨ ਸੀ। ਡਾਕਟਰ ਬਾਂਸਲ ਨੇ ਦਰਸ਼ਨ ਤੇ ਰਾਣੀ ਨੂੰ ਆਪਣੇ ਕਮਰੇ 'ਚ ਸੱਦਿਆ। ਇੱਧਰ ਉੱਧਰ ਦੀਆਂ ਕੁਝ ਗੱਲਾਂ ਕੀਤੀਆਂ। ਦਰਸ਼ਨ ਤਣਾਅ ਮੁਕਤ ਮਹਿਸੂਸ ਕਰ ਰਿਹਾ ਸੀ। ਡਾਕਟਰ ਨੇ ਸੋਹਣੇ ਚੰਦ ਦੇ ਪਿੰਡੇ ਤੇ ਕਾਲੇ ਦਾਗ ਨੇ ਕਿਸ ਪਾਏ, ਭੈੜਾਂ ਨੂੰ ਕੋਈ ਨਾ ਪੁੱਛੇ, ਚੰਦ ਹੀ ਕਿਉਂ ਦਾਗੀ ਅਖਵਾਏ। ਮੂੰਹ ਵਿੱਚ ਗੁਣਗੁਣਾਇਆ, ਇੰਨੀ ਕੁ ਉੱਚੀ ਆਵਾਜ਼ 'ਚ ਕਿ ਉਹ ਦਰਸ਼ਨ ਦੇ ਕੰਨਾਂ ਤੱਕ ਪਹੁੰਚ ਸਕੇ। ਬੋਲਾਂ ਦਾ ਅਸਰ ਸੀ ਕਿ ਦਰਸ਼ਨ ਰਾਣੀ ਵੱਲ ਵੇਖਣ ਲੱਗਿਆ। ਫਿਰ ਉੱਠ ਕੇ ਰਾਣੀ ਦੀ ਕੁਰਸੀ ਕੋਲ ਆ ਖੜਾ। ਰਾਣੀ ਦਾ ਹੱਥ ਆਪਣੇ ਹੱਥ 'ਚ ਲੈ ਕੇ ਉਸ ਨੂੰ ਪਲੋਸਣ ਲੱਗਿਆ, ਜਿਵੇਂ ਕਿਸੇ ਦਾਗ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਰਾਣੀ ਨੇ ਦਰਸ਼ਨ ਦਾ ਹੱਥ ਦੋਹਾਂ ਹੱਥਾਂ 'ਚ ਫੜ ਲਿਆ ਤੇ ਅੱਖਾਂ ਨੀਵੀਆਂ ਕਰ ਲਈਆਂ। ਉਸ ਦੀਆਂ ਅੱਖਾਂ ਸਿੱਲੀਆਂ ਸਨ। ਡਾਕਟਰ ਬਾਂਸਲ ਨੇ ਮੁਸਕਰਾ ਕੇ ਕਿਹਾ, ਸ਼ਿਓਰ, ਯੂ ਆਰ ਓਕੇ। ਦਰਸ਼ਨ ਤੁਸੀਂ ਜਾ ਸਕਦੇ ਹੋ। ਰਾਣੀ ਤੇ ਦਰਸ਼ਨ ਹਸਪਤਾਲ 'ਚੋਂ ਬਾਹਰ ਆ ਗਏ। ਹਸਪਤਾਲ ਦੇ ਬਾਹਰ ਖੜੀ ਸਕਾਰਪੀਓ 'ਚ ਬੈਠੇ ਬਿੰਦਰ, ਥਾਣੇਦਾਰ ਬਖਸ਼ੀਸ਼ ਸਿੰਘ ਅਤੇ ਸਰਪੰਚ ਕਾਕੜ ਸਿੰਘ ਵੱਲ ਵੇਖਦਿਆਂ ਦਰਸ਼ਨ ਤੇ ਰਾਣੀ ਪਿੰਡ ਜਾਣ ਵਾਲੀ ਬੱਸ ਵਿੱਚ ਚੜ੍ਹ ਗਏ। ਬਿੰਦਰ ਹੋਰਾਂ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ।